ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਗੜ ਨਾਰੀ ਮਾਇਆ ਤੁਰਾ ਸ਼ਸਤਰ ਪਾਰਸ ਜੋਏ। ਸਿੱਧ ਔਖਦੀ ਮੰਤਰ ਤੰਤਰ ਖੋਹਤ ਰਾਜੇ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸਜ ਬੈਠੀ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਦੱਖਣ ਦਿਸ਼ਾ ਵੱਲ ਜਾ ਰਹੇ ਨੇ। ਚਲਦਿਆਂ ਮਹਾਰਾਜ ਜੀ ਰਾਜਸਥਾਨ ਵਿੱਚ ਦਾਦੂ ਦੀਨ ਦਿਆਲ ਜੀ ਦੇ ਦਿਉਰੇ ਤੇ ਨਰਾਇਣੇ ਨਗਰ ਪਹੁੰਚੇ ਹਨ। ਇੱਥੇ ਉਤਾਰਾ ਕੀਤਾ ਹੈ। ਇੱਥੋਂ ਦੇ ਮਹੰਤ ਜੈਤ ਰਾਮ ਜੀ ਨੇ ਸਤਿਗੁਰਾਂ ਦੀ ਆਓ ਭਗਤ ਕੀਤੀ, ਮਹਾਰਾਜ ਜੀ ਦੀ ਸੇਵਾ ਕੀਤੀ, ਲੰਗਰ ਪ੍ਰਸ਼ਾਦ ਦੀ ਸੇਵਾ ਕੀਤੀ, ਬ੍ਰਹਮ ਚਰਚਾ ਹੋਈ, ਵਿਚਾਰਾਂ ਹੋਈਆਂ। ਗੱਲਾਂ ਚੱਲਦਿਆਂ ਗੱਲਾਂ ਚੱਲੀਆਂ ਕਿ ਸਤਿਗੁਰੂ ਜੀ ਦੱਖਣ ਦਿਸ਼ਾ ਨੂੰ ਜਾ ਰਹੇ ਨੇ। ਕਹਿਣ ਲੱਗਾ, ਮਹਾਰਾਜ ਦੱਖਣ ਨਾ ਜਾਇਓ, ਉੱਥੇ ਗੋਦਾਵਰੀ ਕੰਢੇ ਤੇ ਇੱਕ ਸਾਧ ਹੈ ਵਿਗੜਿਆ ਹੋਇਆ। ਆਏ ਗਏ ਮਹਾਂਪੁਰਸ਼ਾਂ ਸੰਤਾਂ ਨੂੰ ਮਸ਼ਕਰੀ ਕਰਕੇ ਉਹਨਾਂ ਦੀ ਬੇਇੱਜ਼ਤੀ ਕਰਨੀ, ਮਖੌਲ ਉਡਾਉਣਾ ਉਹਦਾ ਸੁਭਾਅ ਹੈ। ਵੈਰਾਗੀਆਂ ਦਾ ਚੇਲਾ ਹੈ। ਨਰਾਇਣ ਦਾਸ ਵੀ ਉਹਨੂੰ ਕਹਿੰਦੇ ਨੇ, ਮਾਧੋ ਦਾਸ ਵੀ ਉਹਨੂੰ ਕਹਿੰਦੇ ਨੇ। ਉਹਦਾ ਇੱਕ ਉਸਤਾਦ ਸੀ ਜਿਸ ਨੇ ਉਹਨੂੰ ਮੰਤਰ ਤੰਤਰ ਜੰਤਰ ਦੀ ਵਿਦਿਆ ਸਿਖਾਈ। ਮਹਾਰਾਜ ਉਹਨੂੰ ਇੱਕ ਪੋਥੀ ਜਿਹਦੇ ਵਿੱਚ ਤੰਤਰ ਮੰਤਰ ਦੀ ਵਿਦਿਆ ਲਿਖੀ ਹੋਈ ਸੀ ਉਹਨੂੰ ਦਿੱਤੀ ਔਰ ਉਹਨੇ ਕਿਹਾ, ਇਹ ਵਿਦਿਆ ਪ੍ਰਗਟ ਨਾ ਕਰੀ, ਇਹਨੂੰ ਗੁਪਤ ਰੱਖੀ। ਪਰ ਮਹਾਰਾਜ ਉਹ ਤਾਂ ਉਹਨੂੰ ਪ੍ਰਗਟ ਕਰ ਰਿਹਾ। ਮੈਂ ਵੀ ਗਿਆ ਸਾਂ ਉੱਥੇ, ਆਪਣੇ ਪਲੰਗੇ ਤੇ ਬਿਠਾ ਕੇ ਮੂਧਾ ਚੁੱਕ ਕੇ ਮਾਰ ਕੇ ਮੇਰੀ ਵੀ ਉਹਨੇ ਬੇਇੱਜ਼ਤੀ ਕੀਤੀ। ਸਤਿਪੁਰਸ਼ਾਂ ਨਾਲ ਮਹਾਂਪੁਰਸ਼ਾਂ ਨਾਲ ਮਸ਼ਕਰੀ ਕਰਦਾ ਹੈ। ਕਲਗੀਧਰ ਜੀ ਕਹਿਣ ਲੱਗੇ, ਮਹੰਤ ਜੀ ਹੁਣ ਤਾਂ ਅਸੀਂ ਜਾਵਾਂਗੇ ਹੀ ਉੱਧਰ। ਕਹਿਣ ਲੱਗਾ, ਜੀ ਉਹਦੇ ਕੋਲ ਇੱਕ ਪੁਸਤਕ ਹੈ ਜਿਹਦੇ ਵਿੱਚ ਕਈ ਤਰ੍ਹਾਂ ਦੀ ਵਿਦਿਆ। ਉਹਦੇ ਗੁਰੂ ਔਗੜਨਾਥ ਨੇ ਉਹਨੂੰ ਸੁਚੇਤ ਹੋ ਕੇ ਰਹਿਣ ਵਾਸਤੇ ਕਿਹਾ ਸੀ ਕਿ ਵਿਦਿਆ ਪ੍ਰਗਟ ਨਾ ਕਰੀ। ਉਹ ਬਚਨ ਚੱਲ ਰਹੇ ਨੇ ਜੋ ਮਹੰਤ ਜੈਤ ਰਾਮ ਜੀ ਦੱਸ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਪੰਥ ਦੇ ਵਾਲੀ, ਚਿੱਟਿਆਂ ਬਾਜਾਂ ਵਾਲੇ, ਸ਼ਮਸ਼ੇਰੇ ਬਹਾਦਰ, ਦੇਗ ਔਰ ਤੇਗ ਕੇ ਧਨੀ, ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ,
होवती कुचीलता कतेबन कुरान की। पाप ही परपक जाते धर्म तसक जाते, वरन गर्क जाते साहित्य विधान की। देवी देव देहरे संतोख सिंह दूर होते, रीत मिट जाती कथा वेदन पुराण की। श्री गुरु गोबिंद सिंह पावन परम सूर, मूरत न होती जो पै करुणा निदान की। ऐसे गरीब नवाज साहब दे पवित्र चरना च अपनियां हाजरियां लवाओ ते आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा गढ़ नारी माया तुरा, शस्त्र पारस जोए। माधो दास दे गुरु ने ਉਹਨੂੰ ਇਹ ਗੱਲ ਕਹੀ ਆਪਣਾ ਚੇਲਾ ਸਮਝ ਕੇ ਕਿ ਸੰਸਾਰ ਦੇ ਵਿੱਚ ਗੜ ਨਾਰੀ ਕੋਈ ਚੰਗਾ ਕਿਲਾ ਹੋਵੇ, ਘਰ 'ਚ ਸੁੰਦਰ ਸਰੂਪ ਇਸਤਰੀ ਹੋਵੇ, ਮਾਇਆ ਹੋਵੇ, ਰੁਪਈਏ ਪੈਸੇ ਹੋਣ, ਤੁਰਾ ਚੰਗੇ ਘੋੜੇ ਹੋਣ, ਜਾਂ ਘਰ ਵਿੱਚ ਕੋਈ ਚੰਗਾ ਵਧੀਆ ਸ਼ਸਤਰ ਹੋਵੇ, ਜਾਂ ਫਿਰ ਪਾਰਸ ਦਾ ਪੱਥਰ ਹੋਵੇ। ਹਾਂਜੀ, सिद्ध औखदी मंत्र तंत्र खोहत राजे सोए। ਜਾਂ ਕੋਈ ਤੁਸੀਂ ਕੋਈ ਔਸ਼ਧੀ ਸਿੱਧ ਕਰਕੇ ਕੋਈ ਚੰਗੀ ਵਧੀਆ ਦਵਾਈ ਰਸਾਇਣ ਬਣਾ ਕੇ ਰੱਖਿਆ ਆਪਣੇ ਕੋਲ, ਕੋਈ ਮੰਤਰ ਹੈ ਤੁਹਾਡੇ ਕੋਲ ਸਿੱਧ ਕੀਤਾ ਹੋਇਆ, ਜਾਂ ਕੋਈ ਤੰਤਰ ਹੈ, ਤੇ ਜਿਹੜੇ ਸਮੇਂ ਦੇ ਉਸ ਵੇਲੇ ਦੇ ਰਾਜੇ ਹੁੰਦੇ ਸੀ ਇਹ ਸਾਰੀਆਂ ਚੀਜ਼ਾਂ ਲੋਕਾਂ ਕੋਲੋਂ ਖੋਹ ਲੈਂਦੇ ਸੀ। ਕਿਸੇ ਦਾ ਚੰਗਾ ਕਿਲਾ ਹੋਣਾ, ਉਹਦੇ ਤੇ ਕਬਜ਼ਾ ਕਰ ਲੈਣਾ, ਕਿਸੇ ਦੇ ਘਰ ਵਿੱਚ ਚੰਗੀ ਸੁੰਦਰ ਸਰੂਪ ਇਸਤਰੀ ਹੋਣੀ, ਉਹਨੂੰ ਹਰ ਕੇ ਲੈ ਜਾਣਾ, ਇਹ ਰਾਜਿਆਂ ਦੀ ਕੁਕਰਮੀ ਬਿਰਤੀ ਸੀ। ਪੈਸੇ ਰੁਪਈਏ ਕਿਸੇ ਕੋਲ ਹੋਣੇ, ਉਹਦੇ ਤੇ ਰਾਜਿਆਂ ਨੇ ਆਪਣਾ ਕਰ ਲਾ ਕੇ ਉਹ ਖੋਹ ਲੈਣਾ। ਚੰਗਾ ਘੋੜਾ ਹੋਣਾ ਖੋਹ ਲੈਣਾ, ਚੰਗਾ ਸ਼ਸਤਰ ਹੋਣਾ ਖੋਹ ਲੈਣਾ। ਕੋਈ ਮੰਤਰ ਤੰਤਰ ਦੀ ਕਿਸੇ ਕੋਲ ਵਿਦਿਆ ਹੋਵੇ ਤਾਂ ਉਸ ਵਿਦਿਆ ਨੂੰ ਵੀ ਖੋਹਣ ਵਾਸਤੇ ਰਾਜੇ ਜਿਹੜੇ ਸਨ ਉਹ ਤਤਪਰ ਰਹਿੰਦੇ ਸਨ। ਚੋਪਈ ਸ਼ਾਹੀ ਪਾਤਸ਼ਾਹੀ ਨ ਚਾੜੈ ਗੈਲ। ਜਿਹਦੇ ਕੋਲ ਉਪਰੋਕਤ ਦਸੀਆਂ ਹੋਈਆਂ ਵਸਤੂਆਂ ਹੁੰਦੀਆਂ ਸਨ, ਜਿਹੜੀਆਂ ਉੱਪਰ ਦਸੀਆਂ ਨੇ, ਸ਼ਾਹ ਜਾਂ ਬਾਦਸ਼ਾਹ ਜਿਹੜੇ ਸਨ ਉਹਨਾਂ ਲੋਕਾਂ ਦਾ ਖਹਿੜਾ ਨਹੀਂ ਸੀ ਛੱਡਦੇ ਜਦੋਂ ਤੱਕ ਉਹਨਾਂ ਕੋਲੋਂ ਇਹ ਵਸਤੂਆਂ ਖੋਹ ਨਹੀਂ ਸਨ ਲੈਂਦੇ। ਮਾਰੇ ਤੁਰਤ ਜਿੰਦ ਆਪਣੀ ਪਹਿਲ। ਔਰ ਜਿੰਦ ਵੀ ਉਹਦੀ ਕੱਢ ਲੈਣੀ, ਉਹਨੂੰ ਪ੍ਰਾਣ ਵੀ ਉਹਦੇ ਕਤਲ ਕਰ ਦੇਣੇ, ਕਿਉਂਕਿ ਇਹੋ ਜਿਹੇ ਜਿਹੜੇ ਮੰਤਰ ਜੰਤਰ ਸਿੱਧ ਕਰਨ ਵਾਲੇ ਨੇ, ਰਾਜਿਆਂ ਨੂੰ ਇਹ ਡਰ ਹੁੰਦਾ ਸੀ ਵੀ ਕਿਤੇ ਸਾਡੇ ਲਈ ਘਾਤਕ ਨਾ ਹੋ ਜਾਣ, ਇਹ ਸਾਡਾ ਕੋਈ ਰਾਜ ਭਾਗ ਨਾ ਸਾਡੇ ਕੋਲੋਂ ਖੋਹ ਲੈਣ, ਇਹਨਾਂ ਕੋਲ ਚੰਗਾ ਕਿਲਾ, ਇਹ ਸਾਡੇ ਖਿਲਾਫ ਬਗਾਵਤ ਨਾ ਕਰ ਦੇਣ। ਇਸ ਕਰਕੇ ਰਾਜੇ ਲੋਕ ਉਹਨਾਂ ਕੋਲੋਂ ਇਹ ਵਸਤੂਆਂ ਖੋਹ ਕੇ ਫਿਰ ਉਹਨਾਂ ਨੂੰ ਕਤਲ ਕਰ ਦਿਆ ਕਰਦੇ ਸਨ। ਉਹ ਜਾਣੇ ਇਹ ਲੈ ਜਗ ਪਾਤਸ਼ਾਹੀ। ਉਹ ਇਹ ਜਾਣਦੇ ਸਨ ਵੀ ਜੇ ਅਸੀਂ ਇਹਨੂੰ ਕਾਬੂ ਨਾ ਕੀਤਾ ਤੇ ਆਪਣੇ ਤੰਤਰਾਂ ਮੰਤਰਾਂ ਦੀ ਸ਼ਕਤੀ ਨਾਲ ਇਹ ਸਾਡੀ ਪਾਤਸ਼ਾਹੀ ਖੋਵੇਗਾ, ਮੇਰਾ ਰਾਜ ਭਾਗ ਖੋਵੇਗਾ। ਇਸ ਕਰਕੇ ਰਾਜੇ ਮੰਤਰਾਂ ਜੰਤਰਾਂ ਤੰਤਰਾਂ ਦੀ ਸਾਧਨਾ ਕਰਨ ਵਾਲਿਆਂ ਨੂੰ ਵੀ ਮਾਰ ਦਿੰਦੇ ਸਨ। ਕਰਾਮਾਤ ਹੈ ਜਿਸ ਕੇ ਪਾਹੀ। ਜਿਹਦੇ ਕੋਲ ਕਰਾਮਾਤ ਹੁੰਦੀ ਸੀ ਉਹਨਾਂ ਨੂੰ ਡਰ ਹੁੰਦਾ ਸੀ ਕਿ ਇੱਕ ਆਪਣੀ ਕਰਾਮਾਤ ਨਾਲ ਸਾਡਾ ਰਾਜ ਨਾ ਖੋਹ ਲਵੇ। ਇਸ ਕਰਕੇ ਬੰਦੇ ਬਹਾਦਰ ਦੇ ਗੁਰੂ ਨੇ, ਯਾਨੀ ਕਿ ਜਦੋਂ ਇਹ ਮਾਧੋ ਦਾਸ ਦੇ ਰੂਪ ਵਿੱਚ ਸੀ ਤਾਂ ਇਹਦੇ ਗੁਰੂ ਨੇ ਇਹਨੂੰ ਕਿਹਾ ਸੀ ਵੀ ਤੂੰ ਆਪਣੀ ਕਰਾਮਾਤ ਆਪਣਾ ਤੰਤਰ ਮੰਤਰ ਪ੍ਰਗਟ ਨਾ ਕਰੀ। ਜੇ ਪ੍ਰਗਟ ਕਰੇਗਾ ਤੇ ਹੋ ਸਕਦਾ ਕੋਈ ਨਾ ਕੋਈ ਰਾਜਾ ਆ ਕੇ ਤੈਨੂੰ ਮਾਰ ਦੇਵੇ, ਉਹ ਤੇਰੇ ਕੋਲੋਂ ਤੰਤਰ ਮੰਤਰ ਜਾਂ ਕਰਾਮਾਤ ਖੋਹਣ ਦਾ ਯਤਨ ਕਰੇ। ਇਸ ਕਰਕੇ ਤੂੰ ਆਪਣੀ ਇਸ ਵਿਦਿਆ ਨੂੰ ਅਲੋਪ ਰੱਖੀ, ਇਹਨੂੰ ਪ੍ਰਗਟ ਨਾ ਕਰੀ। ਘਰ ਹੀ ਬੈਠੇ ਦੇਵੇ ਮਾਰ। ਰਾਜੇ ਇਹੋ ਜਿਹੇ ਜਰਵਾਣੇ ਸਨ ਕਿ ਘਰ ਬੈਠਿਆਂ ਨੂੰ ਹੀ ਮਾਰ ਦਿੰਦੇ ਸੀ। ਜੇ ਕੋਈ ਕਰਾਮਾਤੀ ਪੁਰਸ਼ ਹੁੰਦਾ ਸੀ ਜਾਂ ਕੋਈ ਅਜਮਤੀ ਪੁਰਸ਼ ਹੁੰਦਾ ਸੀ
ਤਾਂ ਉਹਨਾਂ ਨੂੰ ਘਰਾਂ ਬੈਠਿਆਂ ਵਿੱਚ ਹੀ ਮਾਰ ਦਿਆ ਕਰਦੇ ਸਨ। ये इस भय ते वै करे खुआर। ਔਰ ਇਸ ਭੈ ਤੋਂ ਖੁਆਰ ਕਰਦੇ ਸੀ ਕਿ ਕਿਤੇ ਕਰਾਮਾਤ ਨਾਲ ਸਾਡਾ ਰਾਜ ਨਾ ਖੋਹ ਲਵੇ, ਸਾਡੀ ਪਾਤਸ਼ਾਹੀ ਨਾ ਖੋਹ ਲਵੇ, ਇਸ ਡਰ ਕਰਕੇ ਉਹ ਮਾਰਦੇ ਸਨ। अर चाहे वै निज हथ लियो। ਔਰ ਉਹ ਜੋ ਹੁੰਦੀ ਹੈ, ਕਿਸੇ ਕੋਲ ਵਧੀਆ ਘੋੜਾ ਹੁੰਦਾ, ਚੰਗਾ ਸ਼ਸਤਰ ਹੁੰਦਾ, ਜਾਂ ਮਾਇਆ ਰੁਪਈਏ ਪੈਸੇ ਹੁੰਦੇ ਨੇ, ਜਾਂ ਕੋਈ ਚੰਗੀ ਵਧੀਆ ਔਸ਼ਧੀ ਦਵਾਈ ਹੁੰਦੀ ਹੈ, ਤਾਂ ਉਹਨੂੰ ਮਾਰ ਕੇ ਰਾਜੇ ਉਹ ਵਸਤੂ ਖੋਹ ਕੇ ਆਪਣੇ ਕੋਲ ਕਾਬੂ ਕਰਨਾ ਚਾਹੁੰਦੇ ਵੀ ਇਹ ਵਸਤੂ ਸਾਡੇ ਕੋਲ ਹੋਣੀ ਚਾਹੀਦੀ ਹੈ, ਇਹ ਚੰਗੀ ਔਸ਼ਧੀ ਇਹਦੇ ਕੋਲ ਹੈ ਵੀ ਸਾਡੇ ਕੋਲ ਹੋਣੀ ਚਾਹੀਦੀ ਹੈ, ਇਹ ਚੰਗਾ ਘੋੜਾ ਇਹਦੇ ਕੋਲ ਇਹ ਵੀ ਸਾਡੇ ਕੋਲ ਹੋਣਾ ਚਾਹੀਦਾ ਹੈ। ਸ਼ਰੀਕਨ ਜਿਮ ਉਸ ਮਾਰਨ ਕੀਓ। ਜਿਹੜੇ ਰਾਜੇ ਹੁੰਦੇ ਨੇ ਕਰਾਮਾਤੀ ਲੋਕਾਂ ਨੂੰ ਜਾਂ ਏਦਾਂ ਦੇ ਲੋਕਾਂ ਨੂੰ ਜਿਨ੍ਹਾਂ ਕੋਲ ਉੱਪਰ ਦਸੀਆਂ ਚੀਜ਼ਾਂ ਹੁੰਦੀਆਂ, ਉਹ ਸ਼ਰੀਕ ਸਮਝਦੇ ਨੇ ਉਹਨਾਂ ਨੂੰ, ਤੇ ਸ਼ਰੀਕ ਸਮਝ ਕੇ ਉਹਨਾਂ ਨੂੰ ਮਾਰਦੇ ਹਨ। ਅਬ ਸੁਨਿਓ ਪੋਥੀ ਕੋ ਨਾਮ। ਮਹਾਰਾਜ ਜੀ ਹੁਣ ਉਹ ਜਿਹੜੀ ਅਨੂਣੀਏ ਸਾਧ ਨੇ ਉਹਨੂੰ ਅਨੂਣੀਏ ਪੋਥੀ ਦਿੱਤੀ ਹੈ ਨਾ ਮਾਧੋ ਦਾਸ ਨੂੰ, ਉਸ ਪੋਥੀ ਵਿੱਚ ਕੀ ਹੈ ਉਹ ਵੀ ਸੁਣੋ, ਜੋ ਮੈਂ ਉੱਥੋਂ ਪਤਾ ਕਰਕੇ ਆਇਆ ਕਿ ਉਸ ਪੋਥੀ ਵਿੱਚ ਕਿਹੜੀ ਕਿਹੜੀ ਵਿਦਿਆ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਕਰਾਮਾਤਾਂ ਲਿਖੀਆਂ ਹੋਈਆਂ, ਕਿਹੜੇ ਕਿਹੜੇ ਮੰਤਰ ਜੰਤਰ ਤੰਤਰ ਲਿਖੇ ਹੋਏ ਨੇ। ਮਹਾਰਾਜ ਜੀ ਹੁਣ ਮੈਂ ਉਹ ਵੀ ਆਪ ਜੀ ਨੂੰ ਦੱਸਦਾ ਹਾਂ। ਸਿੱਧ ਅਨੂਣੀਆ ਮੰਤਰਨ ਥਾਮ। ਇੱਕ ਅਨੂਣੀਆ ਸਿੱਧ ਸੀ ਜਿਹਨੇ ਉਹਦੇ ਵਿੱਚ ਬੜੇ ਬੜੇ ਮੰਤਰ ਸਿੱਧ ਕਰਕੇ ਲਿਖੇ ਹੋਏ ਨੇ, ਬੜੀਆਂ ਬੜੀਆਂ ਕਰਾਮਾਤਾਂ ਨੂੰ ਸਿੱਧ ਕਰਕੇ, ਜੰਤਰਾਂ ਨੂੰ ਸਿੱਧ ਕਰਕੇ, ਤੰਤਰਾਂ ਨੂੰ ਸਿੱਧ ਕਰਕੇ ਉਹਦੇ ਵਿੱਚ ਲਿਖਿਆ ਹੋਇਆ ਹੈ। ਉਹ ਤੋਂ ਗੋਰਖ ਕੋ ਚੇਲਾ ਖਾਸ। ਜਿਹਨੇ ਉਹ ਪੋਥੀ ਲਿਖੀ ਹੈ ਉਹ ਗੋਰਖਨਾਥ ਦਾ ਚੇਲਾ ਸੀ, ਖਾਸ ਚੇਲਾ ਸੀ ਗੋਰਖਨਾਥ ਦਾ। ਉਹਨੇ ਉਹਦੀ ਸਿੱਖਿਆ ਲੈ ਕੇ ਜਿਹੜੀਆਂ ਸਿੱਧੀਆਂ ਸਾਧੀਆਂ ਸਨ, ਉਹਨਾਂ ਸਿੱਧੀਆਂ ਨੂੰ ਉਹਨੇ ਉਸ ਪੁਸਤਕ ਵਿੱਚ ਲਿਖਿਆ ਹੋਇਆ। ਉਹ ਪੁਸਤਕ ਮਾਧੋ ਦਾਸ ਬੈਰਾਗੀ ਦਾ ਜਿਹੜਾ ਗੁਰੂ ਹੈ ਔਗੜਨਾਥ, ਉਹਨੂੰ ਮਿਲ ਗਈ। ਉਹਨੇ ਅੱਗੋਂ ਇਹਨੂੰ ਦੇ ਦਿੱਤੀ ਆ ਮਾਧੋ ਦਾਸ ਨੂੰ, ਜਿਹੜਾ ਗੋਦਾਵਰੀ ਦੇ ਕੰਢੇ ਤੇ ਬੈਠਾ ਹੈ। ਮਹਿਤ ਕਈ ਸੁਨ ਵੱਡੇ ਅਨਪਾਸ। ਉਸ ਪੋਥੀ ਵਿੱਚ ਜੋ ਕੁਝ ਲਿਖਿਆ ਹੋਇਆ ਹੈ, ਜੋ ਵੱਡਿਆਂ ਨੇ ਦੱਸਿਆ, ਉਹਨੇ ਉਹਦੇ ਵਿੱਚ ਲਿਖਿਆ। ਵੱਡੇ ਵੱਡੇ ਸਿੱਧ ਪੁਰਸ਼ਾਂ ਨੇ ਵੱਡੇ ਵੱਡੇ ਤੰਤਰਾਂ ਮੰਤਰਾਂ ਦੀ ਜਿਹੜੀ ਵਿਦਿਆ ਉਹ ਦੱਸੀ ਗਈ, ਉਹਦੇ ਵਿੱਚ ਲਿਖੀ ਹੋਈ ਹੈ। ਪੋਥੀ ਮੈਥੀ ਵਿਦਿਆ ਸੱਜ। ਉਹ ਸਾਰੀ ਵਿਦਿਆ ਜਿਹੜੀ ਤੰਤਰਾਂ ਦੀ, ਅਜਮਤਾਂ ਦੀ, ਕਰਾਮਾਤਾਂ ਦੀ, ਉਹਦੇ ਵਿੱਚ ਲਿਖੀ ਹੋਈ ਹੈ। ਜੋ ਜਗ ਮੈਂ ਹੋਤੀ ਅਲੱਭ। ਉਹ ਵਿਦਿਆ ਉਸ ਪੋਥੀ ਵਿੱਚ ਲਿਖੀ ਹੋਈ ਹੈ ਜਿਹੜੀ ਆਮ ਕਰਕੇ ਜਗਤ ਵਿੱਚ ਅਲੱਭ ਹੈ, ਹਰ ਥਾਂ ਨਹੀਂ ਲੱਭਦੀ, ਹਰ ਥਾਂ ਨਹੀਂ ਮਿਲਦੀ। ਜਿਹੜੀ ਵਿਦਿਆ ਉਸ ਪੋਥੀ ਵਿੱਚ ਲਿਖੀ ਹੋਈ ਹੈ। ਮੰਤਰਨ ਵਿਦਿਆ ਤੰਤਰਨ ਸਾਰ। ਉਹਦੇ ਵਿੱਚ ਮੰਤਰਾਂ ਦੀ ਵਿਦਿਆ, ਉਹਦੇ ਵਿੱਚ ਤੰਤਰਾਂ ਦਾ ਸਾਰ ਲਿਖਿਆ ਹੋਇਆ, ਉਹਦੇ 'ਚ ਜੰਤਰ ਕਿਵੇਂ ਸਿੱਧ ਕਰੀਦੇ ਨੇ ਉਹ ਲਿਖਿਆ ਹੋਇਆ। ਜੰਤਰ ਜੁਗਤ ਉਹ ਮਹੂਰਤ ਵਾਰ। ਫਿਰ ਮਹੂਰਤ ਕਿਵੇਂ, ਕਿਹੜੇ ਸਮੇਂ ਕਿਹੜਾ ਮੰਤਰ ਪੜ੍ਹਨਾ, ਕਿਹੜੇ ਸਮੇਂ ਕਿਹੜਾ ਜੰਤਰ ਸਿੱਧ ਕਰਨਾ, ਕਿਹੜੇ ਸਮੇਂ ਕਿਹੜਾ ਤੰਤਰ ਚਲਾਉਣਾ, ਇਹ ਕੱਲੀ ਕੱਲੀ ਗੱਲ ਉਸ ਪੋਥੀ ਵਿੱਚ ਲਿਖੀ ਹੋਈ ਹੈ। ਪਾਰਸ ਲੱਭਣ ਰਸਾਇਣਕਾਰ। ਕੀ ਲਿਖਿਆ ਹੁਣ ਇਹ ਵੀ ਦੱਸਦੇ ਨੇ। ਉਸ ਪੋਥੀ 'ਚ ਇਹ ਵੀ ਲਿਖਿਆ ਕਿ ਲੁਕੇ ਹੋਏ ਪਾਰਸ ਕਿਵੇਂ ਲੱਭੀਦੇ ਨੇ। ਪਾਰਸ ਇੱਕ ਐਸਾ ਪੱਥਰ ਹੁੰਦਾ ਹੈ ਜਿਹਦੀ ਛੂਹ ਨਾਲ ਕੋਈ ਵੀ ਧਾਤ ਸੋਨਾ ਹੋ ਜਾਂਦੀ। ਉਸ ਪਾਰਸ ਨੂੰ ਕਿਵੇਂ ਲੱਭਣਾ, ਕਿੱਥੋਂ ਮਿਲੇਗਾ, ਉਸ ਪੋਥੀ ਵਿੱਚ ਲਿਖਿਆ ਹੋਇਆ। ਫਿਰ ਕਿਹੜਾ ਰਸਾਇਣ ਕਿਵੇਂ ਬਣਾਉਣਾ, ਰਸਾਇਣ ਬਣਾਏ ਜਾਂਦੇ ਸੀ। ਸੋਨਾ ਬਣਾਉਣ ਦਾ ਰਸਾਇਣ ਹੁੰਦਾ, ਇਹ ਵੀ ਪੁਰਾਣੀ ਇੱਕ ਤਕਨੀਕ ਹੁੰਦੀ ਸੀ, ਵਿਦਿਆ ਹੁੰਦੀ ਸੀ ਵੀ ਸੋਨਾ ਕਿਵੇਂ ਬਣਾਉਣਾ। ਜਿਹੜਾ ਸੋਨਾ ਬਣਾਉਣ ਵਾਸਤੇ ਹੁੰਦਾ ਸੀ ਉਹਨੂੰ ਰਸਾਇਣ ਵੀ ਕਹਿ ਦਿੰਦੇ ਆ। ਉਹ ਰਸਾਇਣ ਕਿਵੇਂ ਸਿੱਧ ਕਰਨੇ ਨੇ, ਸੋਨਾ ਬਣਾਉਣ ਦੀ ਜੁਗਤ ਕੀ ਹੈ, ਉਹ ਵੀ ਉਹਦੇ ਵਿੱਚ ਲਿਖਿਆ ਹੋਇਆ। ਨਾਗਾ ਅਸਜਣੀ ਉਹ ਸਿੱਧ ਸਾਰ। ਫਿਰ ਨਾਗਾ ਸੱਜਣੀ, ਸੱਪਾਂ ਦੇ ਜ਼ਹਿਰ ਨੂੰ ਦੂਰ ਕਰਨ ਵਾਲੀ ਬੂਟੀ ਕਿਹੜੀ ਹੈ, ਉਹ ਬੂਟੀ ਕਿਵੇਂ ਪ੍ਰਗਟ ਕਰਨੀ ਹੈ ਜਿਹੜੀ ਸੱਪਾਂ ਦੇ ਜ਼ਹਿਰ ਨੂੰ ਦੂਰ ਕਰਦੀ ਹੈ, ਉਹ ਵੀ ਉਹਦੇ ਵਿੱਚ ਲਿਖਿਆ ਹੋਇਆ। ਰੁਦਰ ਜਾਲ
ਬਿਦ ਇੰਦਰੈ ਜਾਲ। ਰੁਦਰ ਜਾਲ ਸ਼ਿਵ ਜੀ ਨੂੰ ਕਿਵੇਂ ਵਸ ਵਿੱਚ ਕਰਨਾ, ਇੰਦਰ ਜਾਲ ਇੰਦਰ ਨੂੰ ਕਿਵੇਂ ਆਪਣੇ ਵਸ ਵਿੱਚ ਕਰਨਾ, ਇਦਾਂ ਦੀ ਜਿਹੜੀ ਵਿਦਿਆ ਹੈ ਰੁਦਰ ਜਾਲ ਇੰਦਰ ਜਾਲ ਦੀ, ਉਹ ਵੀ ਉਹਦੇ ਵਿੱਚ ਹੈ। ਅਦਭੁਤ ਖੇਡ ਉਹ ਉਡੀਸੇ ਚਾਲ। ਅਦਭੁਤ ਖੇਡਾਂ ਲਿਖੀਆਂ ਨੇ ਉਸ ਪੋਥੀ ਦੇ ਵਿੱਚ। ਉੜੀਸਾ ਦਾ ਬੜਾ ਪ੍ਰਸਿੱਧ ਜਿਹੜਾ ਮੰਨਿਆ ਹੋਇਆ ਜਾਦੂ ਹੈ ਉਹ ਉਹਦੇ ਵਿੱਚ ਲਿਖਿਆ ਹੋਇਆ। ਬੰਗਾਲ ਦਾ ਜਿਹੜਾ ਮੰਨਿਆ ਹੋਇਆ ਜਾਦੂ ਹੈ, ਉੜੀਸਾ ਦਾ ਜਿਹੜੀਆਂ ਚਾਲਾਂ ਨੇ ਜਾਦੂ ਟੂਣੇ ਦੀਆਂ, ਉਹ ਵੀ ਉਹਦੇ ਵਿੱਚ ਲਿਖੀਆਂ ਹੋਈਆਂ ਨੇ। ਜਲ ਮੈਂ ਮਿਲਨੋ ਉੱਪਰ ਜਾਨ। ਪਾਣੀ ਦੇ ਵਿੱਚ ਡੁੱਬ ਜਾਣਾ ਔਰ ਘੰਟਿਆਂ ਬੱਧੀ ਪਾਣੀ 'ਚ ਰਹੀ ਜਾਣਾ, ਉਹਦੇ ਵਾਸਤੇ ਜਿਹੜੀ ਮੰਤਰ ਦੀ ਸ਼ਕਤੀ ਹੈ, ਕਿਹੜੀ ਕੰਮ ਕਰਦੀ, ਉਹ ਵਿਦਿਆ ਵੀ ਹੈ ਉਹਦੇ ਵਿੱਚ। ਫਿਰ ਪਾਣੀ ਦੇ ਉੱਤੇ ਪੈਦਲ ਤੁਰਨ ਦੀ ਵਿਦਿਆ, ਵੀ ਪਾਣੀ ਦੇ ਉੱਤੇ ਪੈਦਲ ਕਿਵੇਂ ਚੱਲਣਾ, ਉਹ ਵੀ ਵਿਦਿਆ ਉਹਦੇ ਵਿੱਚ ਹੈ। ਹਾਂਜੀ। ਉਹ ਆਕਾਸ਼ ਬੰਦ ਆਕਾਸ਼ ਉਭਾਨ। ਫਿਰ ਆਕਾਸ਼ ਨੂੰ ਬੰਨ ਲੈਣਾ, ਯਾਨੀ ਕਿ ਆਕਾਸ਼ ਵਿੱਚ ਕਿੱਥੇ ਕੀ ਹੈ, ਕਿਹੜੀ ਜਗ੍ਹਾ ਤੇ ਕਿੰਨੇ ਤਾਰੇ ਨੇ, ਕਿੱਥੇ ਚੰਦਰਮਾ ਸੂਰਜ ਆਦਿਕ, ਉਹਨਾਂ ਤੱਕ ਗਮਤਾ ਕਰ ਲੈਣੀ, ਪਹੁੰਚ ਕਰ ਲੈਣੀ। ਫਿਰ ਆਕਾਸ਼ ਦੇ ਵਿੱਚ ਉੱਡਣ ਦੀ ਵਿਦਿਆ, ਆਕਾਸ਼ ਉਡਾਨ, ਆਕਾਸ਼ ਵਿੱਚ ਉੱਡਣ ਦੀ ਵਿਦਿਆ। ਬਾਬਾ ਬੰਦਾ ਸਿੰਘ ਜੀ ਵਾਸਤੇ ਇਹ ਗੱਲ ਪ੍ਰਚਲਿਤ ਸੀ ਨਾ, ਉਹ ਕਹਿੰਦੇ ਬੰਦਾ ਉੱਡ ਜਾਂਦਾ, ਤਦੇ ਤੇ ਪਿੰਜਰੇ ਵਿੱਚ ਬੰਦ ਕਰਕੇ ਲੈ ਕੇ ਗਏ ਸੀ, ਲੋਹੇ ਦੇ ਪਿੰਜਰੇ 'ਚ ਨਹੀਂ ਉੱਡ ਸਕੇਗਾ, ਕਿਉਂਕਿ ਲੋਹੇ ਦੇ ਪਿੰਜਰੇ ਵਿੱਚ ਇਹਨਾਂ ਦਾ ਮੰਨਣਾ ਵੀ ਕੋਈ ਮੰਤਰ ਜੰਤਰ ਨਹੀਂ ਚੱਲਦਾ ਲੋਹੇ ਦੇ ਉੱਤੇ। ਤੋ ਕਹਿੰਦੇ ਉਹਨੂੰ ਇਹ ਵੀ ਵਿਦਿਆ ਆਉਂਦੀ ਹੈ ਜਿਹੜੀ ਉਹਦੇ ਵਿੱਚ ਲਿਖੀ ਹੋਈ ਆ ਪੋਥੀ ਵਿੱਚ, ਕਿ ਆਕਾਸ਼ ਵਿੱਚ ਕਿਵੇਂ ਉੱਡਣਾ ਹੈ। ਅਗਨ ਬੁਝਾਵਨ ਲਾਵਨ ਬਿਦ। ਬਲਦੀ ਹੋਈ ਅੱਗ ਨੂੰ ਸ਼ਬਦ ਨਾਲ ਬੁਝਾ ਦੇਣਾ, ਆਪਣੇ ਮੰਤਰ ਨਾਲ ਬੁਝਾ ਦੇਣਾ, ਜਾਂ ਫਿਰ ਅੱਗ ਪ੍ਰਚੰਡ ਕਰ ਦੇਣੀ ਮੰਤਰ ਦੀ ਸ਼ਕਤੀ ਨਾਲ, ਅੱਗ ਲਾ ਦੇਣੀ ਜਾਂ ਅੱਗ ਨੂੰ ਬੁਝਾ ਦੇਣਾ। ਵਿੱਚ ਵੜ ਖੜਨ ਖਾਵਨ ਸਿੱਧ। ਫਿਰ ਬਲਦੀ ਹੋਈ ਅੱਗ ਦੇ ਵਿੱਚ ਖਲੋ ਜਾਣਾ ਤੇ ਅੱਗ ਦਾ ਸੇਕ ਨਾ ਲੱਗਣਾ। ਫਿਰ ਅੱਗ ਦੇ ਅੰਗਾਰ ਖਾਣੇ, ਅੱਗ ਦੇ ਬਲਦੇ ਹੋਏ ਅੰਗਾਰਾਂ ਨੂੰ ਖਾਣ ਲੱਗ ਪੈਣਾ, ਇਹ ਵੀ ਵਿਦਿਆ ਉਹਦੇ ਵਿੱਚ ਲਿਖੀ ਹੋਈ ਹੈ। ਹੈਣ ਤਾਂ ਇਹ ਜੰਤਰ ਮੰਤਰ ਦੇ ਟੋਟਕੇ ਹੀ ਕਈ ਪ੍ਰਕਾਰ ਦੇ ਹਨ ਇਸ ਸੰਸਾਰ ਵਿੱਚ। ਨਾਟਕ ਚੇਟਕ ਨੇ, ਇਹਨਾਂ ਨਾਟਕਾਂ ਚੇਟਕਾਂ ਦੇ ਵਿੱਚ ਗੁਰਮਤਿ ਦਾ ਧਾਰਨੀ ਗੁਰਸਿੱਖ ਨਹੀਂ ਪ੍ਰਵਿਰਤ ਹੁੰਦਾ। ਇਹਨਾਂ ਨਾਟਕਾਂ ਚੇਟਕਾਂ ਨੂੰ ਮਹਾਰਾਜ ਜੀ ਕਹਿੰਦੇ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਰੱਬ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ ਹੈ ਇਦਾਂ ਦੇ ਕੰਮ ਕਰਦੇ ਆ, ਉਹ ਨਹੀਂ ਕਰਦੇ ਇਦਾਂ ਦੇ ਨਾਟਕ ਚੇਟਕ, ਪਰ ਹੁੰਦੇ ਨੇ ਸਮਾਜ ਵਿੱਚ। ਤੋ ਕਹਿੰਦੇ ਕਈ ਅੱਗ ਨੂੰ ਖਾਣ ਲੱਗ ਪੈਂਦੇ ਆ, ਅੰਗਾਰਾਂ ਨੂੰ। ਫਿਰ ਅੱਗ ਦੇ ਵਿੱਚ ਜਾ ਕੇ ਖਲੋ ਜਾਣਾ ਤੇ ਅੱਗ ਦਾ ਸੇਕ ਨਾ ਲੱਗਣਾ, ਉਹ ਵਿਦਿਆ ਵੀ ਇਹਦੇ 'ਚ ਲਿਖੀ ਹੋਈ ਹੈ ਵੀ ਇਹ ਕਿਵੇਂ ਹੋ ਸਕਦਾ ਹੈ। ਦੋਹਰਾ ਜਿਸੈ ਜਾਪ ਕੇ ਜਪੇ ਤੇ ਬਚਨ ਸਿੱਧੀ ਹੋਏ ਜਾਏ। ਫਿਰ ਉਸ ਪੋਥੀ ਦੇ ਵਿੱਚ ਉਹ ਜਾਪ ਵੀ ਲਿਖਿਆ ਹੋਇਆ ਹੈ ਮਹਾਰਾਜ ਜੀ, ਕਿ ਜਿਸ ਜਾਪ ਨੂੰ ਜਪਦਿਆਂ ਬਚਨ ਸਿੱਧੀ ਹੋ ਜਾਂਦੀ ਹੈ, ਵੀ ਜਿਹੜਾ ਮੂੰਹੋਂ ਬੋਲ ਕੋ ਪੂਰਾ ਹੋ ਜਾਂਦਾ। ਉਹ ਕਿਹੜਾ ਜਾਪ ਹੈ ਜਿਸ ਨੂੰ ਜਪੇ ਤੇ ਇਹ ਬਚਨ ਸਿੱਧੀ ਆ ਜਾਂਦੀ ਹੈ, ਕਿ ਰਸਨਾ ਤੋਂ ਜੋ ਬੋਲੀਏ ਉਹ ਪੂਰਾ ਹੋ ਜਾਂਦਾ, ਉਹ ਵੀ ਉਹਦੇ ਵਿੱਚ ਹੈ। ਦੁੱਧ ਪੁੱਤ ਧਨ ਲక్ష్ਮੀ ਜਿਸੇ ਚਾਹੇ ਲਏ ਦਿਵਾਏ। ਉਹ ਬਚਨ ਸਿੱਧੀ ਜਦੋਂ ਆ ਜਾਂਦੀ ਹੈ ਉਸ ਜਾਪ ਨੂੰ ਜਪ ਕੇ, ਤਾਂ ਉਹ ਕਿਸੇ ਨੂੰ ਵੀ ਦੁੱਧ ਪੁੱਤ ਧਨ ਲక్ష్ਮੀ, ਜਿਸ ਨੂੰ ਜੋ ਚਾਹਨਾ ਹੁੰਦੀ ਆ, ਬੋਲ ਕਰਕੇ ਕਹਿੰਦੇ ਆ ਵੀ ਜਾ ਮਿਲ ਜਾਏਗਾ, ਤਾਂ ਉਹਨੂੰ ਮਿਲ ਜਾਂਦਾ ਹੈ। ਇਦਾਂ ਦੀ ਬਚਨ ਸਿੱਧੀ ਕਿਵੇਂ ਹੋ ਸਕਦੀ ਹੈ, ਉਹ ਵਿਦਿਆ ਵੀ ਉਹਦੇ ਵਿੱਚ ਆ, ਵੀ ਕਿਹੜਾ ਜਾਪ ਜਪਣ ਤੇ ਬਚਨ ਸਿੱਧੀ ਆ ਜਾਂਦੀ ਹੈ, ਉਹ ਜਾਪ ਵੀ ਉਸ ਪੋਥੀ ਵਿੱਚ ਲਿਖਿਆ ਹੋਇਆ ਹੈ। ਚੋਪਈ ਭੂਮ ਮਦ ਸਭਈ ਦਰਸਾਵਨ। ਮਹਾਰਾਜ ਜੀ ਫਿਰ ਉਸ ਪੋਥੀ ਵਿੱਚ ਇਹ ਵੀ ਵਿਦਿਆ ਹੈ ਕਿ ਧਰਤੀ ਵਿੱਚ ਕਿੱਥੇ ਕੀ ਦੱਬਿਆ ਹੋਇਆ ਨਜ਼ਰ ਆ ਜਾਂਦਾ, ਕਿ ਧਰਤੀ ਵਿੱਚ ਕਿੱਥੇ ਕੀ ਦੱਬਿਆ ਹੋਇਆ, ਕੀ ਮਿਲਿਆ, ਉਹਨਾਂ ਨੂੰ ਇਦਾਂ ਦਿਸਦਾ ਜਿਵੇਂ ਸਾਹਮਣੇ ਧਰਤੀ ਦੇ ਉੱਤੇ ਪਈ ਵਸਤੂ ਹੋਵੇ। ਦੱਬੇ ਖਜ਼ਾਨੇ ਜਿਹੜੇ ਨੇ ਧਰਤੀ ਦੇ ਵਿੱਚ, ਉਹ ਲੱਭ ਲੈਂਦੇ ਹਨ। ਲੁਕੀ ਟੁਕੀ ਸਭ ਤੁਰਤ ਮੰਗਾਵਨ। ਜਿਹੜੀ ਕੋਈ ਧਰਤੀ 'ਚ ਚੀਜ਼ ਲੁਕੀ ਹੁੰਦੀ ਹੈ, ਛਿਪੀ ਹੁੰਦੀ ਹੈ,
ਉਹਨੂੰ ਤੁਰਤ ਬੁਲਾ ਲੈਂਦੇ ਆ, ਪ੍ਰਗਟ ਕਰ ਲੈਂਦੇ ਹਨ। ਬੂਟੀ ਬੁਲਾਵਣ ਬਨੇ ਜਗਾਵਣ। ਫਿਰ ਜੰਗਲ 'ਚ ਜਾ ਕੇ ਬੂਟੀਆਂ ਬੁਲਾ ਕੇ ਪੁੱਛਣੀਆਂ, ਹਾਂ ਬੂਟੀ ਦੱਸ ਵੀ ਤੇਰਾ ਕੀ ਕੰਮ ਹੈ, ਤੂੰ ਕਿਹੜੀ ਬਿਮਾਰੀ 'ਚ ਵਰਤੀ ਜਾ ਸਕਦੀ ਹੈ। ਬੂਟੀਆਂ ਨੂੰ ਬੁਲਾ ਕੇ ਪੁੱਛ ਲੈਣਾ ਜੰਗਲ ਵਿੱਚ ਜਾ ਕੇ। ਇਹੋ ਜਿਹੇ ਮੰਤਰ ਜੰਤਰ ਵੀ ਮਹਾਰਾਜ ਜੀ ਉਸ ਪੋਥੀ ਵਿੱਚ ਲਿਖੇ ਹੋਏ ਨੇ ਕਿ ਬੂਟੀਆਂ ਬੁਲਾਣੀਆਂ, ਜੰਗਲ ਜਗਾ ਦੇਣਾ, ਪਤਾ ਲੱਗ ਜਾਣਾ ਵੀ ਕਿੱਥੇ ਕਿਹੜੀ ਬੂਟੀ ਹੈ। ਹਾਂਜੀ, ਪਾਰਸ ਪੋਰਸ ਬਿਦ ਬਣਾਵਣ। ਪਾਰਸ ਕਿਵੇਂ ਬਣਾਉਣਾ, ਰਸਾਇਣ ਕਿਵੇਂ ਬਣਾਉਣੇ ਨੇ, ਉਹ ਸਾਰੀ ਵਿਦਿਆ ਹੈ ਉਹਦੇ ਵਿੱਚ। ਔਰ ਇਸਤਰੀ ਹੋਵੇ ਮਰਦ। ਮਹਾਰਾਜ ਇਹੋ ਜੀ ਵਿਦਿਆ ਵੀ ਮੈਂ ਸੁਣੀ ਆ, ਉਸ ਪੋਥੀ ਵਿੱਚ ਲਿਖੀ ਹੈ ਕਿ ਔਰਤ ਨੂੰ, ਇਸਤਰੀ ਨੂੰ ਮਰਦ ਕਿਵੇਂ ਬਣਾਉਣਾ। ਮਰਦੋਂ ਪੀਸੋ ਇਸਤਰੀ ਕਰਦ। ਤੇ ਮਰਦ ਤੋਂ ਇਸਤਰੀ ਦਾ ਰੂਪ ਕਿਵੇਂ ਬਣਾਉਣਾ ਹੈ, ਉਹ ਵਿਦਿਆ ਵੀ ਉਹਦੇ ਵਿੱਚ ਹੈ। ਲੁਕੀ ਛਿਪੀ ਪਰ ਚਿਤ ਕੀ ਜਾਣਨ। ਕਿਸੇ ਦੇ ਚਿੱਤ ਵਿੱਚ ਕੀ ਲੁਕਿਆ ਹੋਇਆ, ਕੀ ਛਿਪਿਆ ਹੋਇਆ, ਉਹਦੇ ਚਿੱਤ ਦੀ ਜਾਣ ਲੈਣੀ, ਉਹਦੇ ਦਿਲ ਦੀ ਬੁੱਝ ਲੈਣੀ। ਮੋਹਨ ਚਾਟਨ ਤੋੜਨ ਬੁਲਾਵਨ। ਮੋਹਿਤ ਕਰ ਲੈਣਾ, ਯਾਨੀ ਕਿ ਮੋਹਿਤ ਕਰਨ ਤੋਂ ਭਾਵ ਵੀ ਵੇਖਣਾ ਤੇ ਵੇਖ ਕੇ ਸਮੋਹਿਤ ਕਰ ਲੈਣਾ, ਜਾਂ ਬੇਸੁੱਧ ਕਰ ਦੇਣਾ, ਬੇਹੋਸ਼ ਕਰ ਦੇਣਾ। ਮੋਹਨ ਚਾਟਨ, ਚਾਟ ਲਾ ਦੇਣੀ ਵੀ ਕਿਸੇ ਕੰਮ ਦੀ, ਉਹੀ ਦਿਨ ਰਾਤ ਕਰੀ ਜਾਓ। ਚਾਟ ਲਾ ਦਿੱਤੀ ਵੀ ਜਾ ਇਹ ਸ਼ਰਾਬ ਪੀਣ ਲੱਗ ਪਵੇ, ਦਿਨ ਰਾਤ ਪੀਵੀ ਜਾਵੇ। ਚਾਟ ਲਾ ਦਿੱਤੀ ਵੀ ਇਹ ਮਾੜਾ ਕੰਮ ਕਰਨਾ, ਦਿਨ ਰਾਤ ਉਹੀ ਕਰੀ ਜਾਵੇ। ਏਦਾਂ ਦੀ ਵਿਦਿਆ ਖੋਟੀ ਉਹਦੇ ਵਿੱਚ ਲੱਗੀ ਹੋਈ ਹੈ, ਲਿਖੀ ਹੋਈ ਹੈ। ਕਿਸੇ ਦੇ ਵਿੱਚ ਤੋੜ ਪੈਦਾ ਕਰ ਦੇਣਾ। ਤੋੜਨ ਦਾ ਮਤਲਬ ਹੁੰਦਾ ਹੈ ਕਿ ਕਿਸੇ ਦਾ ਕੋਈ ਆਪਸੀ ਪ੍ਰੇਮ ਭਾਵ ਹੈ, ਇੱਕ ਦੂਜੇ ਦੀ ਮੈਤਰੀ ਭਾਵ ਹੈ, ਉਸ ਮੈਤਰੀ ਭਾਵ ਨੂੰ ਤੋੜ ਕੇ ਉਹਨਾਂ ਨੂੰ ਦੁਸ਼ਮਣ ਬਣਾ ਦੇਣਾ। ਫਿਰ ਕਿਸੇ ਨੂੰ ਵੀ ਕਾਬੂ ਕਰਕੇ ਆਪਣੇ ਕੋਲ ਸੱਦ ਲੈਣਾ, ਬੁਲਾ ਲੈਣਾ। ਏਦਾਂ ਦੀਆਂ ਵਿਦਿਆਵਾਂ ਜਿਹੜੀਆਂ ਨੇ ਉਸ ਪੋਥੀ ਵਿੱਚ ਹਨ। ਦੁਸ਼ਟੈ ਮਾਰਨ ਚੇਰਨ ਬਚਈਐ। ਦੁਸ਼ਟਾਂ ਨੂੰ ਮਾਰਨਾ ਤੇ ਆਪਣੇ ਚੇਲਿਆਂ ਨੂੰ ਬਚਾਉਣਾ। ਜਿਹੜੇ ਆਪਣੇ ਚੇਲੇ ਨੇ ਉਹਨਾਂ ਨੂੰ ਬਚਾ ਕੇ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਮਾਰ ਦੇਣਾ। ਤਾਰੇ ਅੰਬਰੋਂ ਤੋੜ ਮੰਗਈਏ। ਗੱਲ ਕੀ ਇਹੋ ਜਿਹੀ ਵਿਦਿਆ ਵੀ ਹੈ ਉਸ ਪੋਥੀ ਵਿੱਚ ਕਿ ਅੰਬਰ ਤੋਂ ਤਾਰੇ ਤੋੜ ਕੇ ਵੀ ਮੰਗਾ ਲੈਣੇ ਜ਼ਮੀਨ 'ਚ, ਵੀ ਅੰਬਰੋਂ ਜਿਹੜੇ ਤਾਰੇ ਨੇ ਉਹ ਤੋੜ ਕੇ ਧਰਤੀ ਦੇ ਉੱਤੇ ਮੰਗਾ ਲੈਣ ਦੀ ਵਿਦਿਆ ਵੀ ਹੈ ਉਸ ਵਿੱਚ। ਅੜਿਓ ਕਿਲੇ ਹੀ ਤੋੜਨ ਬਿਦ। ਜੇ ਕੋਈ ਕਿਲਾ ਅੜ ਜਾਏ, ਮੰਨ ਲਓ ਹਮਲਾ ਕੀਤਾ ਤੇ ਕਿਲਾ ਨਹੀਂ ਫਤਿਹ ਹੁੰਦਾ, ਉਸ ਅੜੇ ਹੋਏ ਕਿਲੇ ਨੂੰ ਫਤਿਹ ਕਰਨ ਦੀ ਵਿਦਿਆ ਉਹ ਵੀ ਉਹਦੇ ਵਿੱਚ ਹੈ। ਮੈਦਾਨ ਲੜਾਈ ਜਿੱਤ ਹੋਏ ਸਿੱਧ। ਜੇ ਮੈਦਾਨੀ ਇਲਾਕੇ ਦੇ ਵਿੱਚ ਲੜਾਈ ਹੋ ਰਹੀ ਹੈ, ਜੰਗ ਹੋ ਰਿਹਾ ਹੈ, ਤੇ ਉਸ ਮੈਦਾਨੀ ਇਲਾਕੇ ਵਿੱਚ ਜੰਗ ਕਿਵੇਂ ਜਿੱਤਣਾ, ਕਿਵੇਂ ਫਤਿਹ ਕਰਨਾ, ਇਹ ਵਿਦਿਆ ਵੀ ਉਹਦੇ 'ਚ ਦੱਸੀ ਜਾਂਦੀ ਹੈ। ਪੌਣ ਵਗਾਵੇ ਮੀਂਹ ਬਰਸਾਵੇ। ਤੇਜ ਹਨੇਰੀ ਚਲਾ ਦੇਣੀ, ਇੱਕਦਮ ਧੁੱਪ ਚੜੀ ਦੇ ਵਿੱਚ ਮੀਂਹ ਵਰਸਾ ਦੇਣਾ। ਜਿੱਧਰੋਂ ਮੰਗਾਵੇ ਜਿੱਧਰ ਚਲਾਵੇ। ਜਿੱਧਰੋਂ ਮਰਜ਼ੀ ਮੰਗਾ ਲਵੇ, ਜਿੱਧਰ ਮਰਜ਼ੀ ਚਲਾ ਦੇਵੇ। ਗੜਾ ਠਰਾ ਉਹ ਬਿਜਲੀ ਪਾਵੇ। ਗੜਿਆਂ ਦਾ ਮੀਂਹ ਪਾ ਦੇਣਾ, ਠਰੇ ਹੋਇਆਂ ਦਾ ਇੱਕਦਮ ਤਪਦੀ ਗਰਮੀ ਵਿੱਚ ਗੜੇ ਪਾ ਦੇਣੇ, ਬਿਜਲੀ ਚਮਕਾ ਦੇਣੀ। ਪਰ ਸਰਾਪ ਤਿਸ ਬਿਰਥਾ ਨਾ ਜਾਵੇ। ਵਰ ਤੇ ਸਰਾਪ ਵਿਅਰਥ ਨਾ ਜਾਵੇ। ਜਿਹੜਾ ਵਰ ਦੇ ਦੇ ਉਹ ਵੀ ਪੂਰਾ ਹੋ ਜਾਏ, ਜਿਹੜਾ ਸਰਾਪ ਦੇਵੇ ਉਹ ਵੀ ਪੂਰਾ ਹੋ ਜਾਵੇ। ਦੋਹਰਾ ਭੂਤ ਪ੍ਰੇਤ ਜੋ ਗਣ ਸੋ ਗਣ ਦੇਵਤ ਸਿਧ ਹਰ ਬੀਰ। ਭੂਤਾਂ ਨੂੰ, ਪ੍ਰੇਤਾਂ ਨੂੰ, ਜੋਗਣੀਆਂ ਨੂੰ, ਗਣਾਂ ਨੂੰ, ਦੇਵਤਿਆਂ ਨੂੰ, ਸਿੱਧਾਂ ਨੂੰ, ਬੀਰਾਂ ਨੂੰ, ਇਹ ਜਿੰਨੇ ਦੱਸੇ ਜਾਂਦੇ ਹਨ। ਜੱਚ ਰਚ ਕਿਨਰ ਸੁਲੱਛ ਆਵੇ ਪੜੇ ਮਤ ਤੀਰ। ਜੱਛ ਫਿਰ ਰਾਛ, ਰਾਖਸ਼ ਕਹੇ ਜਾਂਦੇ ਨੇ ਜਿਹੜੇ ਕਿੰਨਰ, ਇਹ ਜਿੰਨੇ ਵੀ ਨੇ, ਇਹਨਾਂ ਸਾਰਿਆਂ ਨੂੰ ਆਪਣੀ ਮੰਤਰ ਦੀ ਸ਼ਕਤੀ ਨਾਲ ਕਾਬੂ ਕਰਕੇ ਜਦੋਂ ਚਾਹੇ ਮਰਜ਼ੀ ਜਿਹਨੂੰ ਮਰਜ਼ੀ ਬੁਲਾ ਲਵੇ। ਕਿਸੇ ਭੂਤ ਨੂੰ, ਕਿਸੇ ਪ੍ਰੇਤ ਨੂੰ, ਕਿਸੇ ਦੇਵਤੇ ਨੂੰ, ਕਿਸੇ ਗਣ ਨੂੰ, ਕਿਸੇ ਜੋਗਣ ਨੂੰ, ਕਿਸੇ ਵੀ ਵੀਰ ਨੂੰ ਆਪਣੀ ਮੰਤਰ ਦੀ ਸ਼ਕਤੀ ਨਾਲ ਬੁਲਾਉਣ ਦੀ ਵਿਦਿਆ ਉਹ ਵੀ ਇਹਦੇ ਵਿੱਚ ਲਿਖੀ ਵੀ ਕਿਹੜਾ ਮੰਤਰ ਪੜ੍ਹਦਿਆਂ ਕਿਹੜਾ ਸਿੱਧ ਆ ਜਾਂਦਾ ਹੈ, ਕਿਹੜੇ ਮੰਤਰ ਦੇ ਜਾਪ ਕੀਤਿਆਂ ਕਿਹੜਾ ਦੇਵਤਾ ਆ ਜਾਂਦਾ ਹੈ।
ਏਦਾਂ ਦੀ ਵਿਦਿਆ ਮਹਾਰਾਜ ਉਹਦੇ ਵਿੱਚ ਲਿਖੀ ਹੋਈ ਹੈ। ਜੋ ਭਾਈ ਜਿਸੇ ਜਿਤਾਵੇਂ ਜਿੱਤੈ ਸੋਈ। ਉਹਦੇ ਵਿੱਚ ਇਹ ਵੀ ਵਿਦਿਆ ਵੀ ਜਿਸ ਦੀ ਸਾਧਨਾ ਕਰਨ ਦੇ ਨਾਲ, ਮੰਤਰ ਸਿੱਧ ਕਰਨ ਨਾਲ ਜਿਸ ਨੂੰ ਚਾਹੇ ਮਰਜ਼ੀ ਜਿਤਾ ਦੇਵੇ, ਰਣ ਭੂਮੀ ਵਿੱਚ ਜਿਤਾ ਦੇਵੇ। ਹਰਾਵੇਂ ਜਿਸੇ ਹਾਰੇ ਵੀ ਓਈ। ਜਿਹਨੂੰ ਹਰਾਣਾ ਚਾਹੇ ਉਹਨੂੰ ਹਰਾ ਦੇਵੇ, ਏਦਾਂ ਦੀ ਵਿਦਿਆ ਕਹੀ ਜਾਂਦੀ ਹੈ। ਸ਼ੇਰ ਸਰਪ ਬਿੱਛੂ ਮੱਛਰ ਮੱਖ। ਸ਼ੇਰ, ਸੱਪ, ਬਿੱਛੂ, ਮੱਛਰ, ਮੱਖੀ ਹੁੰਦੀ ਸ਼ਹਿਦ ਵਾਲੀ, ਕਹਿੰਦੇ ਇਹਨਾਂ ਦਾ ਡੰਗ ਬੰਨ ਲੈਣਾ। ਇਹ ਡੰਗਦੇ ਆ ਨਾ, ਵੱਢਦੇ ਆ, ਕੱਟਦੇ ਆ, ਕਹਿੰਦੇ ਇਹਨਾਂ ਦੇ ਡੰਗ ਨੂੰ ਬੰਨ ਲੈਣਾ, ਇਹਨਾਂ ਨੂੰ ਕਾਬੂ ਕਰ ਲੈਣਾ। ਰਾਜ ਪ੍ਰਜਾ ਤੇ ਹੋਵੇ ਸੁਖ। ਰਾਜੇ ਕੋਲੋਂ ਪ੍ਰਜਾ ਨੂੰ ਸੁਖ ਹੋਵੇ, ਇਹ ਵਿਦਿਆ ਵੀ ਕਹਿੰਦੇ ਇਹਦੇ ਵਿੱਚ ਹੈ। ਇਹ ਸਾਰੀ ਤੰਤਰ ਮੰਤਰ ਦੀ ਵਿਦਿਆ ਕਹੀ ਜਾਂਦੀ ਹੈ। ਅੱਜ ਕੱਲ ਵੀ ਬੜੇ ਮਿਲਣਗੇ ਤੁਹਾਨੂੰ ਜਿਹੜੇ ਤਾਂਤਰਿਕ ਕਹਾਉਂਦੇ ਆਪਣੇ ਆਪ ਨੂੰ, ਸਾਡੇ ਕੋਲ ਬੰਗਾਲ ਦਾ ਮੰਤਰ ਤੰਤਰ ਹੈ, ਸਾਡੇ ਕੋਲ ਫਲਾਣੇ ਕਾਲੇ, ਉਹ ਬੜੇ ਪਖੰਡੀ ਅੱਜ ਵੀ ਤੁਹਾਨੂੰ ਮਿਲਣਗੇ। ਉਹਨਾਂ ਕੋਲ ਕੋਈ ਤੰਤਰ ਨਹੀਂ, ਕੋਈ ਮੰਤਰ ਨਹੀਂ, ਕੋਈ ਜੰਤਰ ਨਹੀਂ, ਬਸ ਪਖੰਡੀ ਨੇ। ਉਹ ਕੇਵਲ ਲੋਕਾਂ ਨੂੰ ਗੁੰਮਰਾਹ ਕਰਦੇ ਆ। ਵਿਦਿਆ ਹੈ ਹੀ ਐਸੀ, ਪਰ ਇਹ ਹੈ ਨਹੀਂ ਕਿਸੇ ਕੋਲ, ਅੱਜ ਦੇ ਸਮੇਂ 'ਚ ਨਹੀਂ, ਉਦੋਂ ਹੋਵੇਗੀ ਪਰ ਹੁਣ ਨਹੀਂ ਹੈ। ਤੇ ਜਿਹੜਾ ਗੁਰੂ ਕੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਦੇ ਉੱਤੇ ਭਰੋਸਾ ਯਕੀਨ ਰੱਖਦਾ ਹੈ, ਮੂਲ ਮੰਤਰ ਗੁਰਮੰਤਰ ਦਾ ਆਸਰਾ ਲੈਂਦਾ, ਉਹਨੂੰ ਕਿਸੇ ਦੁਨੀਆ ਦੇ ਮੰਤਰ ਤੰਤਰ ਦੀ ਲੋੜ ਵੀ ਨਹੀਂ ਪੈਂਦੀ। ਉਹਦੇ ਵਾਸਤੇ ਸਿਰਮੌਰ ਮੰਤਰ ਮੂਲ ਮੰਤਰ ਹੈ। ਸਿਰਮੌਰ ਮੰਤਰ ਗੁਰੂ का ਮੰਤਰ ਹੈ। ਮੂਲ ਮੰਤਰ ਤੇ ਗੁਰਮੰਤਰ ਤੋਂ ਵੱਡਾ ਕੁਝ ਵੀ ਨਹੀਂ। ਮਹਾਰਾਜ ਜੀ ਦੇ ਬਚਨ ਨੇ ਤੰਤ ਮੰਤ ਨਾ ਲੱਗ ਗਈ, ਤੰਤ ਮੰਤ ਨਾ ਜੋ ਹੋਈ ਤਿਸ ਚਾਖ ਨਾ ਲੱਗ ਗਏ। ਜਿਹੜਾ ਗੁਰਬਾਣੀ ਦਾ ਆਸਰਾ ਲੈਂਦਾ, ਪਰਮੇਸ਼ਰ ਦਾ ਆਸਰਾ ਲੈਂਦਾ, ਉਹਦੇ ਤੇ ਨਾ ਕੋਈ ਤੰਤਰ ਚੱਲਦਾ, ਨਾ ਮੰਤਰ ਚੱਲਦਾ, ਤੇ ਨਾ ਕਿਸੇ ਦੀ ਬੁਰੀ ਨਜ਼ਰ ਲੱਗਦੀ ਹੈ। ਤੇ ਚਾਖ ਨਾ ਲੱਗਾ, ਚਾਖ ਨਾਮ ਹੁੰਦਾ ਬੁਰੀ ਨਜ਼ਰ ਦਾ। ਤੋ ਇਸ ਕਰਕੇ ਭਾਈ ਅੱਜ ਦੇ ਸਮੇਂ 'ਚ ਵੀ ਬੜੇ ਮਿਲਦੇ ਆ, ਸੁਚੇਤ ਰਹਿਣਾ। ਆ ਕਥਾ ਜਦੋਂ ਲਾਈਵ ਕੀਤੀ ਜਾਂਦੀ ਆ ਨਾ ਬਹੁਤ ਸਾਰੇ ਸੋਸ਼ਲ ਮੀਡੀਆ ਦੁਆਰਾ, ਤੇ ਅਕਸਰ ਉਹ ਇਹੋ ਜਿਹੇ ਜਿਹੜੇ ਹੁੰਦੇ ਆ ਨਾ ਲਿਖੇ, ਉਹ ਥੱਲੇ ਆਪਣੇ ਕਮੈਂਟ ਪਾਉਂਦੇ ਆ, ਕੀਤਾ ਕਰਾਇਆ ਵਸੀ ਕਰਨੀ, ਖਰੇ ਕੀ ਕੀ ਲਿਖਦੇ ਆ। ਉਹ ਥੱਲੇ ਲੋਕ ਉਹਨਾਂ ਨੂੰ ਪੁੱਛਦੇ ਆ, ਕਰੋਨਾ ਹੀ ਵਸ ਕਰ ਲੋ, ਹੋਰ ਇੰਨਾ ਕੁਝ ਕਰਨ ਨੂੰ ਫਿਰਦੇ ਹੋ। ਕਹਿੰਦੇ ਜੀ ਇਹ ਨਹੀਂ ਕਰ ਸਕਦੇ। ਕਹਿਣ ਤੋਂ ਭਾਵ ਇਹ ਸਭ ਪਖੰਡੀ ਨੇ, ਦੰਭੀ ਨੇ ਭਾਈ। ਕਲੀ ਕਾਲ ਦੇ ਸਮੇਂ 'ਚ ਪਖੰਡ ਦੀ ਪੂਜਾ ਹੁੰਦੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਗੁਰ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਮਾਰਗ ਦਾ ਪਾਂਧੀ ਹੈ, ਤੇ ਗੁਰੂ ਬਾਬੇ ਨੇ ਜਿੱਥੇ ਜਿੱਥੇ ਪਖੰਡ ਹੋਇਆ, ਉਸ ਪਖੰਡ ਦਾ ਖੰਡਨ ਜਾ ਕੇ ਪੁਰਜੋਰ ਉੱਚੀ ਆਵਾਜ਼ ਦੇ ਵਿੱਚ ਉੱਥੇ ਜਾ ਕੇ ਉਸ ਪਖੰਡ ਦਾ ਵਿਰੋਧ ਕੀਤਾ ਹੈ। ਉਹ ਸੰਸਾਰ ਦੇ ਕਿਸੇ ਕੋਨੇ 'ਚ ਵੀ ਹੋ ਰਿਹਾ ਸੀ, ਉੱਥੇ ਗੁਰੂ ਬਾਬਾ ਜੀ ਗਏ ਨੇ। ਖੈਰ, ਉਹ ਦੱਸਿਆ ਜਾ ਰਿਹਾ ਇਹਦੇ ਵੱਲੋਂ, ਮਹੰਤ ਜੈਤ ਰਾਮ ਜੀ ਵੱਲੋਂ, ਕਿ ਜਿਹੜੀ ਉਹ ਪੋਥੀ ਹੈ ਨਾ ਮਹਾਰਾਜ ਜੀ, ਉਹਦੇ 'ਚ ਇਹ ਦੱਸਿਆ ਜਾਂਦਾ ਵੀ ਇਹ ਮੰਤਰ ਜੰਤਰ ਨੇ। ਬਕਾਇਦਾ ਇੱਕ ਤੰਤਰ ਸ਼ਾਸਤਰ ਹੈ। ਸ਼ਾਸਤਰ ਨੇ ਨਾ, ਜਿਵੇਂ ਕਈ ਤਰ੍ਹਾਂ ਦੇ, ਜਿਵੇਂ ਵਿਸ਼ੇਖਕ ਹੈ, ਨਿਆਏ ਹੈ, ਪੂਰਬੀ ਮੀਮਾਂਸਾ ਹੈ, ਇੱਕ ਬਕਾਇਦਾ ਇਸ ਵਿਸ਼ੇ ਦੇ ਉੱਤੇ ਵੀ ਇੱਕ ਸ਼ਾਸਤਰਾਂ ਨੂੰ ਤੰਤਰ ਸ਼ਾਸਤਰ ਕਹਿੰਦੇ ਆ। ਉਹਦੇ 'ਚ ਕਈ ਤਰ੍ਹਾਂ ਦੇ ਤੰਤਰ ਜਿਹੜੇ ਮੰਤਰ ਜੰਤਰ ਆਦਿਕ ਦੱਸੇ ਜਾਂਦੇ ਨੇ। ਆ ਜਿਹੜੀ ਗਣਕ ਵਿਦਿਆ ਜਿਹਨੂੰ ਕਿਹਾ ਜਾਂਦਾ ਹੈ, ਗ੍ਰਹਿਾਂ ਦੀ ਵਿਦਿਆ ਕਿਹਾ ਜਾਂਦਾ ਹੈ, ਕਿ ਉਹ ਸਾਰੀ ਵਿਦਿਆ ਉਹਦੇ ਵਿੱਚ ਲਿਖੀ ਹੋਈ ਹੈ। ਪਰ ਉਹਦਾ ਬਾਅਦ ਵਿੱਚ ਲੋਕਾਂ ਨੇ ਦੁਰਉਪਯੋਗ ਕਰਕੇ ਪਖੰਡ ਕਰਨਾ ਸ਼ੁਰੂ ਕਰ ਦਿੱਤਾ। ਕਹਿਣ ਲੱਗਾ ਮਹਾਰਾਜ, ਉਹਦੇ ਵਿੱਚ ਇਹ ਵੀ ਲਿਖਿਆ ਹੋਇਆ ਵੀ ਰਾਜਾ ਪ੍ਰਜਾ ਨੂੰ ਕਿਵੇਂ ਸੁਖੀ ਕਰ ਸਕਦਾ ਹੈ। ਪ੍ਰਜਾ ਸੁਖੀ ਹੋ ਜਾਏ, ਰਾਜੇ ਨੂੰ ਵਸ ਕਰ ਲੈਣਾ, ਕਾਬੂ ਕਰ ਲੈਣਾ, ਉਹ ਵਿਦਿਆ ਵੀ ਉਹਦੇ ਵਿੱਚ। ਚੋਰ ਠੱਗ ਉਹ ਬਿਸਚਰ ਬਿਖ। ਜਿਹੜੇ ਚੋਰ ਨੇ, ਠੱਗ ਨੇ,
ਜਾਂ ਫਿਰ ਜਿਹੜੇ ਜ਼ਹਿਰੀਲੇ ਜ਼ਹਿਰ ਵਾਲੇ ਸੱਪ ਆਦਿਕ ਹਨ, ਸੁਨਤ ਸ਼ਬਦ ਤਿਸ ਹੋਵੈ ਸੁਖ। ਉਸ ਮੰਤਰ ਨੂੰ ਪੜਨਾ, ਜਿਹਨੂੰ ਜ਼ਹਿਰ ਚੜਿਆ ਹੋਣਾ, ਮੰਤਰ ਨੂੰ ਸੁਣਦਿਆਂ ਨੂੰ ਸੁੱਖ ਮਿਲ ਜਾਣਾ, ਉਹਦੀ ਜ਼ਹਿਰ ਲੱਥ ਜਾਣੀ। ਆਪ ਪਹੁੰਚੈ ਕੋਏ। ਕਹਿੰਦੇ ਜੇ ਕਿਸੇ ਨੂੰ ਮੰਨ ਲਓ ਜ਼ਹਿਰੀਲੀ ਚੀਜ਼ ਵੱਢ ਗਈ, ਕੋਈ ਠੂੰਹਾਂ ਵੱਢ ਗਿਆ, ਕੋਈ ਬਿੱਛੂ ਵੱਢ ਗਿਆ, ਸੱਪ ਵੱਢ ਗਿਆ, ਉਹ ਆ ਜਾਵੇ ਤੇ ਮੰਤਰ ਪੜ੍ਹ ਕੇ ਉਹਦਾ ਜ਼ਹਿਰ ਦੂਰ ਕਰ ਦੇਣਾ। ਫਿਰ ਉਹਦੇ ਵਿੱਚ ਇਹ ਵੀ ਵਿਦਿਆ ਹੈ ਕਿ ਉਹ ਨਾ ਆ ਸਕੇ, ਉਹਦਾ ਕੋਈ ਰਿਸ਼ਤੇਦਾਰ ਆ ਜਾਏ, ਉਹ ਆ ਕੇ ਦੱਸ ਦੇਵੇ ਵੀ ਫਲਾਣੀ ਥਾਂ ਤੇ ਹੈ, ਉਹ ਘਰ ਬੈਠੇ ਮੰਤਰ ਪੜ੍ਹਦੇ ਨੇ ਤੇ ਉੱਥੇ ਉਹਦੇ ਜ਼ਹਿਰ ਦੀ ਬਿੱਖ ਦੀ ਜਿਹੜੀ ਆ ਉਹ ਨਿਰਵਿਰਤੀ ਹੋ ਜਾਂਦੀ ਹੈ। ਇਹੋ ਜਿਹੇ ਮੰਤਰ ਵੀ ਮਹਾਰਾਜ ਉਹਦੇ 'ਚ ਲਿਖੇ ਹੋਏ ਨੇ। ਮਰੇ ਜੋ ਸਰਪੋਂ ਜੀਵੈ ਪੀ ਸੋਏ। ਇੱਥੋਂ ਤੱਕ ਵੀ ਜਿਹੜਾ ਸੱਪ ਡੰਗ ਲਵੇ ਜ਼ਹਿਰ ਨਾਲ, ਤੇ ਉਹ ਡੰਗੇ ਹੋਏ ਸੱਪ ਨਾਲ ਮਰੇ ਹੋਏ ਵਿਅਕਤੀ ਨੂੰ ਵੀ ਉਹ ਜਿਉਂਦਾ ਕਰਨ ਦੀ ਉਹਦੇ 'ਚ ਸ਼ਕਤੀ ਹੈ। ਗਿੱਦੜ ਕੁੱਤੋਂ ਹਲਕਾਇਆ ਹੋਏ। ਗਿੱਦੜ ਵੱਢ ਲਵੇ, ਹਲਕਾਇਆ ਕੁੱਤਾ ਵੱਢ ਲਵੇ, ਇਹਨਾਂ ਦਾ ਜਿਹੜਾ ਜ਼ਹਿਰ ਹੈ। ਸੁਨਤ ਬਚਨ ਬਿਸਰੇ ਨ ਕੋਏ। ਉਹਦੇ ਵਿੱਚ ਇਹ ਮੰਤਰ ਲਿਖੇ ਹੋਏ ਨੇ ਵੀ ਜਦੋਂ ਹਲਕਾਏ ਕੁੱਤਾ ਜਿਹਨੂੰ ਵੱਢ ਲਵੇ ਜਾਂ ਗਿੱਦੜ ਵੱਢ ਲਵੇ, ਉਹਨੂੰ ਮੰਤਰ ਸੁਣਾ ਦੇਣ ਤਾਂ ਉਹਦਾ ਜ਼ਹਿਰ ਲੱਥ ਜਾਂਦਾ, ਉਹਨੂੰ ਹਲਕ ਨਹੀਂ ਪੈਂਦਾ। ਸ਼ੇਰ ਬਾਗ ਓਹੇਲੇ ਬਗਿਆੜ। ਸ਼ੇਰ ਆਉਣਾ ਹਮਲਾ ਕਰਨ ਵਾਸਤੇ, ਬਗਿਆੜ ਜਾਂ ਮਾਸਾਹਾਰੀ ਕਿਸੇ ਜਾਨਵਰ ਨੇ ਹਮਲਾ ਕਰਨ ਆਉਣਾ। ਹਾਥ ਮੁਖ ਨੈ ਸਕੇ ਉਗਾੜ। ਮੰਤਰ ਪੜ੍ਹ ਕੇ ਉਹਦੇ ਵੱਲ ਵੇਖਣਾ ਤਾਂ ਉਹਨੇ ਹਮਲਾ ਨਾ ਕਰਨਾ, ਚੁੱਪ ਕਰਕੇ ਸਿਰ ਨੀਵਾਂ ਕਰਕੇ ਖਲੋ ਜਾਣਾ। ਏਦਾਂ ਦੀ ਵਿਦਿਆ ਹੈ। ਬਿਰਛ ਵਿਧੀ ਜੋ ਧਰਨ ਉਪਾਈ। ਫਿਰ ਦਰਖਤਾਂ ਨੂੰ ਧਰਤੀ ਵਿੱਚੋਂ ਪੈਦਾ ਕਰਨਾ, ਧਰਤੀ ਵਿੱਚ ਦਰਖਤਾਂ ਨੂੰ ਪੈਦਾ ਕਰਨ ਦੀ ਵਿਦਿਆ। ਅਰਕ ਸੁਆਦ ਭੁਲਾਵੇ ਤਾਈ। ਉਹਨਾਂ ਦਾ ਅਰਕ ਆਦਿਕ ਕੱਢਣਾ ਭੁਲਾਵੇ ਦਾ, ਉਹ ਵੀ ਇਹਦੇ ਵਿੱਚ ਹੈ। ਸੰਖਿਓ ਅਫੀਮ ਸ਼ਰਾਬ ਪੰਗਾਈ। ਕਿਸੇ ਨੂੰ ਸੰਖੀਆ ਜ਼ਹਿਰ ਦੇ ਦੇਣਾ, ਫਿਰ ਕਿਸੇ ਨੇ ਵੱਧ ਅਫੀਮ ਖਾ ਲੈਣੀ ਤਾਂ ਵੀ ਮਰਨ ਦੇ ਕਿਨਾਰੇ ਪਹੁੰਚਦਾ ਹੈ। ਬਹੁਤ ਜ਼ਿਆਦਾ ਸ਼ਰਾਬ ਪੀ ਕੇ ਕਹਿੰਦੇ ਮਰਨ ਕਿਨਾਰੇ ਪਹੁੰਚਣ ਵਾਲਾ, ਜਾਂ ਬਹੁਤ ਜ਼ਿਆਦੀ ਭੰਗ ਖਾ ਕੇ ਜਿਹੜਾ ਮਰਨ ਕੰਢੇ ਪਹੁੰਚਿਆ ਹੋਵੇ। ਇੱਕ ਪੱਖੀ ਸਭ ਦੇ ਹਟਾਈ। ਜਾਂ ਕੋਈ ਹੋਰ ਜ਼ਹਿਰ ਖਾ ਲਵੇ, ਉਹਦੇ ਤੇ ਮੰਤਰ ਪੜਨਾ ਤੇ ਸਾਰੇ ਜ਼ਹਿਰ ਨੂੰ ਦੂਰ ਕਰ ਦੇਣਾ। ਮੰਤਰ ਪੜ੍ਹ ਕੇ ਇਸ ਸਾਰੇ ਬਿੱਖ ਨੂੰ, ਸਾਰੇ ਜ਼ਹਿਰ ਨੂੰ ਨਿਰਵਿਰਤ ਕਰ ਦੇਣਾ। ਇਹ ਵਿਦਿਆ ਇਹਦੇ ਵਿੱਚ ਲਿਖੀ ਹੋਈ ਸੀ। ਦੋਹਰਾ ਅਸ਼ਟ ਸਿਧੀ ਅਣਮੰਗ ਮਹਿਮਾ ਗਰਮਾ ਲਗੁਮਾ ਪ੍ਰਾਪਤ। ਖਾਲਸਾ ਜੀ 18 ਸਿੱਧੀਆਂ ਨੇ, 18 ਵਿੱਚੋਂ 8 ਮੁੱਖ ਸਿੱਧੀਆਂ ਨੇ। 9 ਨਿਧੀਆਂ ਕਹੀਆਂ ਜਾਂਦੀਆਂ, 18 ਸਿੱਧੀਆਂ ਨੇ। ਸਭ ਨਿਧਾਨ ਸਭ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਹੱਥ ਦੀ ਤਲੀ ਤੇ ਆ ਜਾਂਦੀਆਂ ਸਾਰੀਆਂ। ਜਿਹੜਾ ਪਰਮੇਸ਼ਰ ਦੀ ਬੰਦਗੀ ਦੇ ਰੰਗ ਵਿੱਚ ਰੰਗਿਆ ਹੋਵੇ। ਇੱਥੇ 8 ਸਿੱਧੀਆਂ ਕਿਹੜੀਆਂ ਨੇ ਉਹ ਦੱਸ ਰਹੇ ਨੇ, ਉਹਦੇ 'ਚ ਲਿਖੀਆਂ ਹੋਈਆਂ ਉਸ ਪੋਥੀ ਵਿੱਚ। ਪਹਿਲੀ ਹੈ ਅਣਮੰਗ, ਅਣਮਾ ਜਿਹਨੂੰ ਕਹਿੰਦੇ ਆ, ਅਣਮਾ। ਅਣੂ ਵਾਂਗੂ ਬਿਲਕੁਲ ਸੂਖਮ ਹੋ ਜਾਣਾ, ਨਜ਼ਰ ਹੀ ਨਾ ਆਉਣਾ ਕਿਸੇ ਨੂੰ, ਏਦਾਂ ਸੂਖਮ ਹੋ ਜਾਣਾ ਨੂੰ ਕਹਿੰਦੇ ਨੇ ਅਣਮਾ। ਦੂਜੀ ਹੈ ਮਹਿਮਾ। ਮਹਿਮਾ ਦਾ ਮਤਲਬ ਹੁੰਦਾ ਵੀ ਬਹੁਤ ਜ਼ਿਆਦਾ ਵਿਸਥਾਰ ਕਰ ਲੈਣਾ, ਆਪਣਾ ਵੱਡਾ ਕਰ ਲੈਣਾ ਆਪਣੇ ਆਪ ਨੂੰ। ਗਰੁਮਾ। ਤੀਜੀ ਆ ਗਰਮਾ। ਗਰਮਾ ਮਤਲਬ ਬਹੁਤ ਜ਼ਿਆਦਾ ਵਜਨ ਕਰ ਲੈਣਾ, ਆਪਣੇ ਆਪ ਨੂੰ ਭਾਰਾ ਬਣਾ ਲੈਣਾ। ਚੌਥੀ ਹੈ ਲਗਮਾ। ਲਗਮਾ ਜਿਵੇਂ ਰੂਹ ਦੀ ਪੰਡ ਬਿਲਕੁਲ ਹੌਲੀ ਜੀ ਹੁੰਦੀ ਹੈ, ਏਦਾਂ ਆਪਣੇ ਆਪ ਨੂੰ ਬਿਲਕੁਲ ਹੀ ਹੌਲਾ ਜਿਹਾ ਕਰ ਲੈਣਾ। ਪ੍ਰਾਪਤ। ਜੋ ਇੱਛਾ ਹੋਣੀ ਉਹਦੀ ਪ੍ਰਾਪਤੀ ਕਰ ਲੈਣੀ, ਜੋ ਚਾਹੀਦਾ ਹੋਵੇ ਉਹ ਆਪਣੇ ਕੋਲ ਬੁਲਾ ਲੈਣਾ। ਇਹ ਵੀ ਇੱਕ ਸਿੱਧੀ ਹੈ। 5 ਹੋ ਗਈਆਂ। ਹਾਂਜੀ। ਕਾਮੈ ਉਹ ਬਸੀ ਕਰਨ ਸੋ ਈਸ਼ਤ ਹੋਵੇ ਸਭ। ਜੋ ਮਨ 'ਚ ਕਾਮਨਾ ਹੋਣੀ ਉਹ ਪ੍ਰਾਪਤ ਕਰ ਲੈਣਾ। ਇਹ 6ਵੀਂ ਵਸੀਕਰਨ। ਵਸੀਕਰਨ ਦਾ ਮਤਲਬ ਕਿਸੇ ਨੂੰ ਵਸ ਕਰ ਲੈਣਾ, ਕਿਸੇ ਨੂੰ ਆਪਣੇ ਤੇ ਸਮੋਹਿਤ ਕਰਕੇ ਕਾਬੂ ਵਿੱਚ ਕਰ ਲੈਣਾ, ਕਿਸੇ ਭੂਤ ਪ੍ਰੇਤ ਨੂੰ ਵਸ ਕਰ ਲੈਣਾ, ਕਿਸੇ ਮਨੁੱਖ ਨੂੰ, ਕਿਸੇ ਜੀਵ ਨੂੰ, ਕਿਸੇ ਜਾਨਵਰ ਨੂੰ ਆਪਣੇ ਵਸ ਕਰ ਲੈਣਾ। ਕਹਿੰਦੇ ਇਹ ਵੀ ਇੱਕ ਪ੍ਰਕਾਰ ਦੀ ਸਿੱਧੀ ਹੈ।
ਸੋ ਈਸ਼ਤ ਹੋਵੈ ਸਭ। ਜੋ ਇਦਾਂ ਦੀ ਈਸ਼ਤਾ ਆ ਜਾਵੇ, ਜੋ ਚਾਹੇ ਮਰਜ਼ੀ ਬਣਾ ਲਵੇ, ਜੋ ਚਾਹੇ ਮਰਜ਼ੀ ਢਾ ਦੇਵੇ। ਬਣਾਉਣ ਤੇ ਢਾਣ ਦੀ ਤਾਕਤ ਆ ਜਾਣੀ, ਉਹਨੂੰ ਈਸ਼ਤਾ ਕਹਿੰਦੇ ਆ। ਇਹ 8 ਪ੍ਰਕਾਰ ਦੀਆਂ ਸਿੱਧੀਆਂ ਜਿਹੜੀਆਂ ਨੇ ਮਹਾਰਾਜ ਜੀ ਉਸ ਪੋਥੀ ਦੇ ਵਿੱਚ, ਜਿਹੜੀ ਉਸ ਮਾਧੋ ਦਾਸ ਵੈਰਾਗੀ ਨੂੰ ਦਿੱਤੀ ਆ ਉਹਦੇ ਗੁਰੂ ਨੇ, ਉਹਦੇ 'ਚ ਲਿਖੀਆਂ ਹੋਈਆਂ ਨੇ। ਸੋਰਠਾ ਭੂਤੇ ਓ ਵਰਤਮਾਨ ਭਵਿੱਖਤ ਪੀ ਕਾਲ ਜੋ। ਪਿੱਛੇ ਭੂਤ ਕਾਲ ਵਿੱਚ, ਵਰਤਮਾਨ ਵਿੱਚ, ਭਵਿੱਖ ਵਿੱਚ ਆਉਣ ਵਾਲੇ ਸਮੇਂ ਵਿੱਚ, 3 ਕਾਲਾਂ ਦੇ ਵਿੱਚ। ਹਾਂਜੀ। ਸੋ ਦਿਓ ਵਖਾਨ ਜੋ ਵਰਤਿਓ ਤੋ ਇਨ ਮਦੈ। 3 ਕਾਲਾਂ ਵਿੱਚ ਕੀ ਹੋਇਆ ਪਹਿਲਾਂ, ਹੁਣ ਕੀ ਹੋ ਰਿਹਾ ਤੇ ਆਉਣ ਵਾਲੇ ਸਮੇਂ 'ਚ ਕੀ ਹੋਵੇਗਾ, ਉਹਦਾ ਗਿਆਨ ਦੱਸ ਦੇਣਾ ਵੀ ਆਹ ਕੁਝ ਪਹਿਲਾਂ ਹੋਇਆ ਸੀ, ਹੁਣ ਆਹ ਹੋ ਰਿਹਾ, ਅੱਗੇ ਭਵਿੱਖ ਵਿੱਚ ਆਹ ਕੁਝ ਹੋਵੇਗਾ। ਇਹ ਸਾਰੀ ਵਿਦਿਆ ਉਸ ਪੋਥੀ 'ਚ ਲਿਖੀ ਹੋਈ ਹੈ। ਹਾਂਜੀ। ਦੋਹਰਾ ਸਭ ਗੁਣ ਪੋਥੀ ਕੇ ਲਿਖੇ ਗ੍ਰੰਥ ਸੁਮਿਤ ਵੱਡ ਹੋਏ। ਇਹ ਉਹ ਸਾਰੀ ਪੋਥੀ ਦੇ ਗੁਣ ਲਿਖੀਏ ਤੇ ਭਾਈ ਰਤਨ ਸਿੰਘ ਜੀ ਕਹਿੰਦੇ ਇੱਕ ਪੋਥੀ ਉਹਦੀ ਬਣ ਜੇਗੀ ਫਿਰ ਤਾਂ। ਇਸ ਕਰਕੇ ਕਹਿੰਦੇ ਸੰਖੇਪ 'ਚ ਹੀ ਦੱਸਿਆ ਤੁਹਾਨੂੰ। ਜੋ ਸਾਰੀ ਪੋਥੀ ਦੇ ਗੁਣ ਲਿਖੀਏ ਵੀ ਉਹਦੇ 'ਚ ਹੋਰ ਕੀ ਕੀ ਲਿਖਿਆ ਹੋਇਆ, ਕਹਿੰਦੇ ਫਿਰ ਇੱਕ ਗ੍ਰੰਥ ਉਹਦਾ ਹੀ ਬਣ ਜਾਏਗਾ। ਦਰਸ਼ਨ ਹੋਏ ਭਗਵਾਨ ਕੋ ਮੁਕਤ ਮਿਲਾਵਾ ਹੋਏ। ਕਹਿੰਦੇ ਗੱਲ ਕੀ ਉਸ ਪੋਥੀ ਵਿੱਚ ਇਹ ਵੀ ਲਿਖਿਆ ਕਿ ਭਗਵਾਨ ਦੇ ਦਰਸ਼ਨ ਕਿਵੇਂ ਹੋ ਸਕਦੇ ਆ, ਇਹ ਵੀ ਲਿਖਿਆ ਹੋਇਆ ਉਹਦੇ 'ਚ। ਮੁਕਤੀ ਕਿਵੇਂ ਮਿਲ ਸਕਦੀ ਹੈ, ਇਹ ਵੀ ਉਹਦੇ 'ਚ ਲਿਖਿਆ ਹੋਇਆ ਸੀ। ਪਰ ਲੋਕ ਇਸ ਪਾਸੇ ਨਹੀਂ ਨਾ ਚੱਲਦੇ, ਦੂਜੀ ਵਿਦਿਆ ਦੇ ਭੁਲੇਵੇਂ ਵਿੱਚ ਭਰਮ ਜਾਂਦੇ ਨੇ। ਖਾਲਸਾ ਜੀ ਨਿਰੰਕਾਰ ਦੀ ਬੰਦਗੀ ਕਰਨ ਵਾਲੇ, ਸਾਧਨਾ ਕਰਨ ਵਾਲੇ ਗੁਰਮੁਖਾਂ ਪਾਸ ਇਹੋ ਜਿਹੇ ਮੰਤਰ ਜੰਤਰ ਉਹਨਾਂ ਨੂੰ ਸਿੱਧ ਨਹੀਂ ਕਰਨੇ ਪੈਂਦੇ। ਸੁਤੇ ਸਿੱਧੀ 9 ਨਿਧੀਆਂ 18 ਸਿੱਧੀਆਂ ਉਹਨਾਂ ਦੇ ਪਿੱਛੇ ਦਾਸੀਆਂ ਬਣ ਕੇ ਫਿਰਦੀਆਂ ਹਨ। ਇਹ ਸੁਤੇ ਸਿੱਧੀ ਉਹਨਾਂ ਦੇ ਪਾਸ ਇਹ ਵਿਦਿਆ ਆਪਣੇ ਆਪ ਹੀ ਪਰਮੇਸ਼ਰ ਵੱਲੋਂ ਹੀ ਆ ਜਾਂਦੀ ਹੈ। ਉਦਾਸੀਨ ਸੰਪਰਦਾ ਦੇ ਬੜੇ ਮਹਾਨ ਮਹਾਂਪੁਰਸ਼ ਹੋਏ ਬਾਬਾ ਪ੍ਰੀਤਮ ਦਾਸ ਜੀ ਮਹਾਰਾਜ, ਬ੍ਰਹਮ ਬੂਟਾ ਅਖਾੜਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਜੋ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਹੰਸਲੀ ਦੀ ਸੇਵਾ ਇਹਨਾਂ ਮਹਾਂਪੁਰਸ਼ਾਂ ਨੇ ਕਰਵਾਈ ਸੀ। ਇੱਕ ਵਾਰੀ ਬਨ 'ਚ ਗਏ ਹੋਏ ਲੱਕੜੀ ਇਕੱਠੀ ਕਰਕੇ ਗੱਡੇ ਤੇ ਲੱਦੀ ਤੇ ਇੱਕ ਸ਼ੇਰ ਆ ਗਿਆ। ਸ਼ੇਰ ਨੂੰ ਵੇਖ ਕੇ ਜਿਹੜਾ ਬਲਦ ਸੀ ਉਹ ਭੱਜ ਗਿਆ ਰੱਸਾ ਤੜਾ ਕੇ। ਸ਼ੇਰ ਉੱਥੇ ਫਿਰਦਾ ਰਿਹਾ, ਹੁਣ ਗੱਡਾ ਲੱਦਿਆ ਹੋਇਆ। ਮਹਾਂਪੁਰਸ਼ ਆਏ, ਸ਼ੇਰ ਵੱਲ ਵੇਖਿਆ, ਉਹ ਜਿਵੇਂ ਕੋਈ ਪਾਲਤੂ ਹੁੰਦਾ ਜੀਵ ਏਦਾਂ ਉਹਨਾਂ ਦੇ ਵਸੀਕਾਰ ਹੋਇਆ। ਬਲਦ ਦੀ ਥਾਂ ਤੇ ਉਹਨੂੰ ਗੱਡੇ 'ਚ ਲਾ ਕੇ ਲੱਕੜੀਆਂ ਲੈ ਕੇ ਆਪਣੇ ਅਖਾੜੇ ਵਿੱਚ ਵਾਪਸ ਆਏ। ਹੁਣ ਉਹਨਾਂ ਮਹਾਂਪੁਰਸ਼ਾਂ ਨੇ ਕੋਈ ਇਹੋ ਜਿਹੀਆਂ ਪੋਥੀਆਂ 'ਚ ਮੰਤਰ ਜੰਤਰ ਥੋੜੀ ਸਿੱਧ ਕੀਤੇ ਸੀ। ਉਹ ਗੁਰਬਾਣੀ ਦੇ ਪੜਨ ਵਾਲੇ ਗੁਰਮੁਖ ਨੇ ਸੁਤੇ ਸਿੱਧੀ ਰਿੱਧ ਸਿੱਧ ਸਭ ਨਾਵੇਂ ਕੀ ਦਾਸੀ। ਇਹ ਪਰਮੇਸ਼ਰ ਦੇ ਭਜਨ ਦੀਆਂ ਦਾਸੀਆਂ ਨੇ ਸਾਰੀਆਂ ਰਿੱਧੀਆਂ ਸਿੱਧੀਆਂ। 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮੇਸ਼ਰ ਦਾ ਅੰਮ੍ਰਿਤ ਨਾਮ ਵਸਦਾ, ਇਹ ਸੁਤੇ ਸਿੱਧੀ ਉਹਨਾਂ ਦੇ ਚਰਨਾਂ ਵਿੱਚ ਆ ਹਾਜ਼ਰ ਹੁੰਦੀਆਂ ਹਨ। ਸੋ ਐਸੇ ਕਈ ਪ੍ਰਕਾਰ ਦੇ ਕੌਤਕ ਜਿਹੜੇ ਨੇ ਮਹਾਂਪੁਰਸ਼ਾਂ ਦੇ ਜੀਵਨ ਸੰਬੰਧੀ, ਜਦੋਂ ਉਹਨਾਂ ਦੀਆਂ ਜੀਵਨੀਆਂ ਪੜ੍ਹਦੇ ਹਾਂ ਤਾਂ ਉਹ ਅਕਸਰ ਹੀ ਮਿਲਦੇ ਹਨ। ਕਿਸੇ ਵੀ ਮਹਾਂਪੁਰਸ਼ ਦੀ ਜੀਵਨੀ ਪੜ੍ਹ ਲਈਏ, ਉਹਨਾਂ ਦੇ ਜੀਵਨ ਵਿੱਚ ਇਦਾਂ ਦਾ ਕੋਈ ਨਾ ਕੋਈ ਚੋਜ, ਕੋਈ ਨਾ ਕੋਈ ਕੌਤਕ ਸੁਤੇ ਸਿੱਧੀ ਵਰਤਦਾ ਹੈ। ਉਹ ਜਾਣ ਬੁੱਝ ਕੇ ਨਹੀਂ ਕੋਈ ਆਪਣੀ ਅਜਮਤ ਕਰਾਮਾਤ ਪ੍ਰਗਟ ਕਰਦੇ। ਸੁਤੇ ਸਿੱਧ ਸੁਭਾਵਕ ਹੀ ਕਿਤੇ ਪ੍ਰਗਟ ਹੋ ਜਾਏ, ਨਹੀਂ ਤਾਂ ਉਹ ਆਪਣਾ ਆਪ ਛੁਪਾ ਕੇ ਹੀ ਰੱਖਦੇ ਹਨ। ਸੋ ਇਦਾਂ ਕਹਿੰਦੇ ਇਸ ਪੋਥੀ ਦੇ ਵਿੱਚ ਬਹੁਤ ਸਾਰੀ ਇਦਾਂ ਦੀ ਵਿਦਿਆ ਲਿਖੀ ਹੋਈ। ਇੱਥੋਂ ਤੱਕ ਵੀ ਭਗਵਾਨ ਦੇ ਦਰਸ਼ਨ ਕਿਵੇਂ ਹੋਣ ਉਹ ਵੀ ਲਿਖਿਆ ਹੋਇਆ। ਮੁਕਤੀ ਨਾਲ ਕਿਵੇਂ ਮਿਲਾਪ ਹੋਵੇਗਾ, ਯਾਨੀ ਕਿ ਮੁਕਤੀ ਕਿਵੇਂ ਮਿਲੇਗੀ, ਉਹ ਵੀ ਇਹਦੇ 'ਚ ਲਿਖਿਆ ਹੋਇਆ। ਚੌਪਈ ਐਸੀ ਪੋਥੀ ਬੰਦੇ ਪਾਈ, ਇਹੋ ਜਿਹੀ ਪੋਥੀ ਬੰਦੇ ਨੂੰ ਪ੍ਰਾਪਤ ਹੋਈ ਹੈ। ਪਚਾਏ ਨਾ ਸਕਿਓ ਸੋ ਦਈ ਪ੍ਰਗਟਾਈ। ਇਹਦੇ ਗੁਰੂ ਨੇ ਕਿਹਾ ਸੀ ਵੀ ਇਹਨੂੰ ਲੁਕਾ ਕੇ ਰੱਖੀ,
ਪਰ ਉਹਨੂੰ ਪਚਾ ਨਹੀਂ ਸਕਿਆ, ਉਹਨੂੰ ਪ੍ਰਗਟਾ ਦਿੱਤਾ। ਕਿਉਂਕਿ ਔਖਾ ਹੁੰਦਾ ਕਿਸੇ ਕੋਲ ਛੋਟੀ ਮੋਟੀ ਵੀ ਕਲਾ ਆ ਜੇ, ਕਿੱਥੇ ਪਚਾ ਹੁੰਦੀ ਹੈ। ਨਾ ਵੀ ਹੋਵੇ ਪੱਲੇ ਕੁਝ ਤਾਂ ਲੋਕ ਰੌਲਾ ਪਾਈ ਛੱਡਦੇ ਆ, ਹੋਵੇ ਕਿ ਖਬਰੇ ਕੀ ਕਰਨ। ਇਹਦੇ ਕੋਲ ਕਰਾਬਾਤ ਆ ਗਈ, ਪਰ ਹੁਣ ਛੁਪਾਈ ਕਿੱਥੇ ਇਹਦੇ ਕੋਲੋਂ ਜਾਂਦੀ ਹੈ। ਇਹਨੇ ਪ੍ਰਗਟਾਵਾ ਕਰ ਦਿੱਤਾ। ਔਰ ਸੰਤਨ ਕੋ ਲੇਵੈ ਅੰਤ। ਫਿਰ ਹੋਰ ਮਹਾਂਪੁਰਸ਼ਾਂ ਦਾ ਅੰਤ ਲੈਣ ਲੱਗ ਪਿਆ। ਵੇਖਾਂ ਵੀ ਕੋਈ ਸੰਤ ਹੈ, ਇਹ ਉਦਾਂ ਹੀ ਇਹ ਪਖੰਡੀ ਟੁਰੇ ਫਿਰਦੇ। ਹੋਰ ਮਹਾਂਪੁਰਸ਼ਾਂ ਦਾ, ਸਾਧੂਆਂ ਦਾ ਅੰਤਰਾ ਲੈਣ ਲੱਗ ਪਿਆ। ਹੈ ਨਿੰਦਕ ਵੈ ਅਤੀ ਹੀ ਸੰਤ। ਮੰਤ ਜੈਤ ਰਾਮ ਜੀ ਕਹਿੰਦੇ, ਮਹਾਰਾਜ ਜੀ ਉਹ ਜਿਹੜਾ ਮਾਧੋ ਦਾਸ ਬੈਰਾਗੀ ਸਾਧ ਹੈ ਨਾ ਮਹਾਰਾਜ ਜੀ, ਉਹ ਸੰਤਾਂ ਦਾ ਬੜਾ ਨਿੰਦਕ ਹੈ। ਉਹ ਬੜਾ ਨਿੰਦਕ ਹੈ, ਬੜਾ ਵੱਡਾ ਭਾਰੀ ਨਿੰਦਕ ਹੈ, ਜਿਹੜਾ ਮਹਾਂਪੁਰਸ਼ਾਂ ਦੀ, ਸੰਤਾਂ ਦੀ ਨਿੰਦਾ ਕਰਦਾ ਹੈ। ਜ਼ਰੂਰ ਨ ਜਾਇਓ ਤੁਮ ਉਤਵਲ। ਮੇਰੀ ਬੇਨਤੀ ਮਹਾਰਾਜ, ਤੁਸੀਂ ਜ਼ਰੂਰ ਉਧਰ ਨਾ ਜਾਇਓ। ਹੋਰ ਦੱਖਣ 'ਚ ਬਥੇਰਾ ਇਲਾਕਾ ਹੈ ਮਹਾਰਾਜ, ਜਿੱਥੇ ਮਰਜ਼ੀ ਚਲੇ ਜਾਇਓ, ਪਰ ਨੰਦੇੜ ਨਾ ਜਾਇਓ ਜਿੱਥੇ ਉਹ ਰਹਿੰਦਾ ਹੈ। ਕਈ ਮਹੰਤ ਬਹੁ ਬਾਰ ਇਮ ਗੱਲ। ਏਦਾਂ ਇਸ ਮਹੰਤ ਜੈਤ ਰਾਮ ਨੇ ਕਈ ਵਾਰ ਸਤਿਗੁਰੂ ਜੀ ਨੂੰ ਇਹ ਬੇਨਤੀ ਕੀਤੀ, ਮਹਾਰਾਜ ਨਾ ਜਾਇਓ ਉੱਥੇ। ਸਤਿਗੁਰ ਕਹਿ ਹਮ ਮਿਟੇ ਨ ਮੂਰ। ਮਹਾਰਾਜ ਜੀ ਕਹਿੰਦੇ, ਮਹੰਤ ਜੀ ਅਸੀਂ ਨਹੀਂ ਮੁੜਨਾ, ਹੁਣ ਅਸੀਂ ਤਾਂ ਜਾਣਾ ਹੀ ਜਾਣਾ ਹੈ ਉੱਥੇ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ, ਮਹਾਰਾਜ ਕਹਿੰਦੇ ਅਸੀਂ ਤਾਂ ਜ਼ਰੂਰ ਜਾਣਾ ਉੱਥੇ, ਜ਼ਰੂਰ ਪਹੁੰਚਣਾ ਮੰਤ ਜੀ। ਦੇਖ ਜਾਏਂਗੇ ਉਸੇ ਜ਼ਰੂਰ। ਅਸੀਂ ਵੇਖਾਂਗੇ, ਜਾ ਕੇ ਜ਼ਰੂਰ ਪਹੁੰਚ ਕੇ ਵੇਖਾਂਗੇ ਵੀ ਉਹ ਸ਼ੈ ਕੀ ਹੈ ਜਿਹਦੇ ਬਾਰੇ ਤੂੰ ਦੱਸਦਾ ਹੈ। ਅਸੀਂ ਜਾ ਕੇ ਵੇਖਾਂਗੇ ਉਹਨੂੰ, ਅਸੀਂ ਜਾ ਕੇ ਜੋਹਾਂਗੇ। ਜਿਮ ਤੁਮ ਬਾਜਨ ਖਾਈ ਜਵਾਰ। ਮਹਾਰਾਜ ਜੀ ਕਹਿੰਦੇ, ਜਿਵੇਂ ਤੁਹਾਡੀ ਜਵਾਰੀ ਖਾਧੀ ਆ ਬਾਜਾਂ ਨੇ ਇੱਥੇ, ਤੁਮ ਆਏ ਹੋ ਉਸ ਤੇ ਹਾਰ। ਤੁਸੀਂ ਉਹਦੇ ਤੋਂ ਹਾਰ ਕੇ ਆਏ ਹੋ ਤਾਂ ਕੋਈ ਗੱਲ ਨਹੀਂ। ਇੱਥੇ ਜਵਾਰ ਖਾਧੀ ਆ ਬਾਜਾਂ ਨੇ, ਤੁਹਾਡੀ ਇਹ ਕਲਾ ਤੁਸੀਂ ਵੇਖ ਹੀ ਲਈ ਆ ਗੁਰੂ ਨਾਨਕ ਦੇ ਘਰ ਦੀ। ਹਮਰੇ ਸਾਥ ਦਿਓ ਇੱਕ ਚੇਲਾ। ਏਦਾਂ ਕਰੋ ਮਹੰਤ ਜੀ, ਆਪਣਾ ਇੱਕ ਚੇਲਾ ਭੇਜ ਦਿਓ ਸਾਡੇ ਨਾਲ, ਜਿਹੜਾ ਉੱਥੇ ਜਾ ਕੇ ਵੇਖ ਕੇ ਸਾਰਾ ਕੁਝ ਆਵੇ ਤੇ ਤੁਹਾਨੂੰ ਦੱਸ ਦੇ, ਕਿਉਂਕਿ ਅਸੀਂ ਤਾਂ ਆਉਣਾ ਨਹੀਂ ਹੁਣ ਤੁਹਾਡੇ ਕੋਲ ਵਾਪਸ। ਆਪਣਾ ਚੇਲਾ ਸਾਡੇ ਨਾਲ ਭੇਜ ਦਿਓ। ਦੇਖ ਆਵੇ ਉਹ ਹਮਰੋ ਮੇਲਾ। ਉਹ ਸਾਡਾ ਮੇਲਾ ਵੇਖ ਕੇ, ਉੱਥੇ ਜਿਹੜਾ ਉਸ ਬੰਦੇ ਨਾਲ ਹੋਵੇਗਾ ਨਾ ਸਾਡਾ ਮੇਲਾ, ਕਿਵੇਂ ਹੋਏਗਾ ਸਾਡਾ ਮੇਲਾ ਉਹਦੇ ਨਾਲ, ਉਹ ਆ ਕੇ ਤੁਹਾਨੂੰ ਦੱਸੇਗਾ ਵੇਖ ਕੇ। ਜੋ ਸਤ ਨਾਨਕ ਕਲਾ ਸਵਾਈ। ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕਲਾ ਹੈ ਮਹੰਤ ਜੀ, ਉਹ ਬੜੀ ਵੱਡੀ ਕਲਾ। ਉਸ ਕਲਾ ਦੇ ਸਾਹਮਣੇ ਆ ਜਿਹੜੀਆਂ ਤੁਸੀਂ ਕਲਾਵਾਂ ਦਸੀਆਂ ਨੇ ਤਾਂ ਕੁਝ ਵੀ ਨਹੀਂ। ਇਹ ਕਲਾਵਾਂ ਤਾਂ ਉੱਥੇ ਕੋਈ ਮਾਇਨੇ ਨਹੀਂ ਰੱਖਦੀਆਂ। ਜਿਹੜੀ ਬ੍ਰਹਮ ਗਿਆਨ ਦੇ ਬ੍ਰਹਮ ਸਰੋਵਰ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਹਿੰਦੇ ਆ ਨਾ, ਉੱਥੇ ਇਹੋ ਜੀਆਂ ਕਰਾਮਾਤਾਂ, ਇਹੋ ਜੀਆਂ ਤੰਤਰਾਂ ਮੰਤਰਾਂ ਦੀਆਂ ਸ਼ਕਤੀਆਂ, ਇਹ ਕਿਨਾਰੇ ਤੇ ਗਿੱਟੇ ਗਿੱਟੇ ਪਾਣੀ ਹੁੰਦਾ ਨਾ ਜਿੱਥੇ, ਉੱਥੇ ਹੀ ਰਹਿ ਜਾਂਦੀਆਂ ਨੇ। ਇਹ ਬੂੰਦ ਮਾਤਰ ਦਸੀਆਂ ਨੇ ਤੁਸੀਂ। ਗੁਰੂ ਨਾਨਕ ਸਾਹਿਬ ਐਸੀਆਂ ਕਲਾਵਾਂ ਦੇ ਸਮੁੰਦਰ ਨੇ, ਅਨੰਤ ਕਲਾਵਾਂ ਦੇ ਮਾਲਕ ਨੇ। ਉਹਨਾਂ ਦੀਆਂ ਕਲਾਵਾਂ ਗਿਣੀਆਂ ਮਿਣੀਆਂ ਨਹੀਂ ਜਾ ਸਕਦੀਆਂ। ਹਾਂਜੀ, ਉਸੇ ਲਾਏਂਗੇ ਪੈਰੀ ਲਾਈ। ਮਹਾਰਾਜ ਜੀ ਕਹਿੰਦੇ, ਅਸੀਂ ਉਹਨੂੰ ਆਪਣੇ ਪੈਰੀ ਪਾਵਾਂਗੇ। ਅਸੀਂ ਜਾਣਦੇ ਹਾਂ ਉਹ ਭੁੱਲਿਆ ਹੋਇਆ, ਅਸੀਂ ਜਾਣਦੇ ਹਾਂ ਮਾਰਗ ਤੋਂ ਖੁੰਝਿਆ ਹੋਇਆ, ਪਰ ਉਹਦੇ ਕੋਈ ਪੂਰਬਲੇ ਜਨਮਾਂ ਦੇ ਭਾਗ ਸਵੱਲੇ ਨੇ, ਕਰਮ ਚੰਗੇ ਨੇ। ਮਹਾਰਾਜ ਜੀ ਕਹਿੰਦੇ, ਉਹਦੇ ਚੰਗੇ ਭਾਗਾਂ ਦੇ ਸਦਕਾ ਅਸੀਂ ਉਹਨੂੰ ਆਪਣੇ ਚਰਨੀ ਲਾਵਾਂਗੇ, ਆਪਣੇ ਚਰਨਾਂ ਤੇ ਉਹਨੂੰ ਝੁਕਾਵਾਂਗੇ। ਯੋਂ ਕਹਿ ਸਤਿਗੁਰ ਹੋਆ ਤੇ ਤੁਰੇ। ਏਦਾਂ ਕਹਿ ਕੇ ਸਤਿਗੁਰੂ ਜੀ ਮਹੰਤ ਜੈਤ ਰਾਮ ਜੀ ਦੇ ਕੋਲੋਂ ਚੱਲ ਪਏ। ਪੁੱਛਿਓ ਰਹਾ ਬੰਦੇ ਕੇ ਪੁਰੇ। ਔਰ ਬੰਦੇ ਨੂੰ ਮਿਲਣ ਵਾਸਤੇ ਮਹਾਰਾਜ ਜੀ ਟੁਰ ਪਏ ਨੰਦੇੜ ਨੂੰ। ਰਸਤੇ ਵਿੱਚ ਅਨੇਕਾਂ ਜੀਵਾਂ ਦੇ ਕਲਿਆਣ ਕਰਨੀ ਸਤਿਗੁਰਾਂ ਨੇ। ਅਨੇਕਾਂ ਨਗਰਾਂ ਵਿੱਚ ਸਤਿਗੁਰਾਂ ਨੇ ਉਤਾਰਾ ਕੀਤਾ। ਚਤੌੜ ਦੇ ਇਲਾਕੇ ਤੋਂ ਹੁੰਦਿਆਂ ਹੋਇਆਂ ਗਰੀਬ ਨਵਾਜ ਸਾਹਿਬ ਜੀ ਕਲਾਇਤ ਆਦਿਕ ਨਗਰ ਨੇਦਰ ਰਾਜਸਥਾਨ ਦੇ ਵਿੱਚ, ਜਿੱਥੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਚਰਨ ਪਾਏ ਹਨ।
ਹੋਰ ਬਹੁਤ ਸਾਰੇ ਇਤਿਹਾਸਕ ਸਥਾਨ ਨੇ, ਜਿਵੇਂ ਕਿ ਬਗੌਰ ਮਹਾਰਾਜ ਜੀ ਦਾ ਸਥਾਨ ਹੈ 10ਵੇਂ ਪਾਤਸ਼ਾਹ ਦਾ, ਕਲਾਇਤ ਮਹਾਰਾਜ ਜੀ ਦਾ ਸਥਾਨ ਹੈ। ਇਸੇ ਤਰ੍ਹਾਂ ਅੱਗੇ ਬੁਰਹਾਨਪੁਰ ਮਹਾਰਾਜ 10ਵੇਂ ਪਾਤਸ਼ਾਹ ਜੀ ਦੇ ਪਾਵਨ ਇਤਿਹਾਸਕ ਸਥਾਨਾਂ ਦੇ ਦਰਸ਼ਨ ਸੰਗਤਾਂ ਕਰਦੀਆਂ ਹਨ। ਅੱਗੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਸਮਤ ਨਗਰ ਵਿਖੇ ਮਹਾਰਾਜ ਜੀ ਨੇ ਚਰਨ ਪਾਏ, ਉੱਥੇ ਦਮਦਮਾ ਸਾਹਿਬ ਗੁਰੂ ਸਾਹਿਬ ਦਾ ਇਤਿਹਾਸਕ ਸਥਾਨ ਹੈ। ਇਹਨਾਂ ਸਾਰੇ ਸਥਾਨਾਂ ਤੇ ਆਪਣੇ ਚਰਨ ਪਾ ਕੇ ਅਨੇਕਾਂ ਕੁਝ ਸਥਾਨ ਪ੍ਰਗਟ ਹੋ ਸਕੇ ਨੇ। ਸਿੱਖਾਂ ਦੀ ਉਧਰ ਆਬਾਦੀ ਘੱਟ ਹੋਣ ਕਰਕੇ ਕੁਝ ਸਥਾਨ ਪ੍ਰਗਟ ਨਹੀਂ ਹੋ ਸਕੇ। ਜਿੱਥੇ ਜਿੱਥੇ ਮਹਾਰਾਜ ਜੀ ਦੇ ਗੁਰਸਿੱਖ ਬੈਠੇ, ਉਹਨਾਂ ਮਹਾਰਾਜ ਜੀ ਦੀਆਂ ਯਾਦਗਾਰਾਂ, ਬੜੀਆਂ ਸੁੰਦਰ ਯਾਦਗਾਰਾਂ ਉਸ ਇਲਾਕੇ ਦੇ ਵਿੱਚ ਸਥਾਪਿਤ ਕੀਤੀਆਂ ਹੋਈਆਂ ਨੇ। ਦੋਹਰਾ ਸਤਿਗੁਰ ਪਹੁੰਚੇ ਜਾਏ ਤੈਂ ਉਤਰੇ ਦੇਖ ਸਥਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁਸ਼ਕਰ ਵਰਗੇ ਤੀਰਥਾਂ ਨੂੰ ਪਵਿੱਤਰ ਕਰਦੇ ਆ। ਗਰੀਬ ਨਵਾਜ ਜੀ ਸ੍ਰੀ ਹਜੂਰ ਸਾਹਿਬ ਪਹੁੰਚੇ ਔਰ ਜਾ ਕੇ ਜਿੱਥੇ ਬੰਦਾ ਘਾਟ ਹੈ ਨਾ, ਬਿਲਕੁਲ ਉਹਦੇ ਨੇੜੇ ਨਗੀਨਾ ਘਾਟ ਸਾਹਿਬ ਸਥਾਨ ਦੇ ਸਾਹਮਣੇ ਛਾਵਣੀ ਨਿਹੰਗ ਸਿੰਘਾਂ ਬੂੰਗਾ ਸਰਬਲੋ ਦਾ, ਉੱਥੇ ਸਤਿਗੁਰਾਂ ਨੇ ਉਤਾਰਾ ਕੀਤਾ। ਨੇੜੇ ਹੀ ਬੰਦਾ ਘਾਟ ਹੈ, ਉੱਥੇ ਅੱਜ ਕੱਲ੍ਹ ਸਾਹਿਬ ਦਾ ਪਾਵਨਦਰ ਸਥਾਨ ਹੈ। ਕਲਗੀਧਰ ਜੀ ਚੱਲ ਕੇ ਬੰਦੇ ਘਾਟ ਆਏ, ਬਿਨ ਬੈਲੀ ਹਟ ਚਲੇ ਲਖੇ ਅਚੰਭ ਜਹਾਨ। ਕਹਿੰਦੇ ਬੜਾ ਚੰਬਾ, ਉੱਥੇ ਜਦੋਂ ਗਏ ਡੇਰਾ ਬੜਾ ਸੋਹਣਾ ਬਣਿਆ ਹੋਇਆ। ਕੀ ਵੇਖਦੇ ਨੇ ਵੀ ਬਲਦਾਂ ਤੋਂ ਬਿਨਾਂ ਹਲਟ ਚੱਲ ਰਹੀ ਹੈ। ਬਲਦ ਕੋਈ ਨਹੀਂ, ਬਲਦਾਂ ਤੋਂ ਬਿਨਾਂ ਹਲਟ ਚੱਲ ਰਹੀ ਹੈ। ਲੋਕ ਵੇਖ ਕੇ ਬੜੇ ਹੈਰਾਨ ਹੁੰਦੇ ਆ। ਉੱਥੇ ਬੈਲਾਂ ਤੋਂ ਬਿਨਾਂ ਹਲਟ ਚੱਲਣੀ ਔਖੀ ਹੈ, ਪਰ ਉੱਥੇ ਕਰਾਮਾਤ ਦੇ ਜ਼ੋਰ ਨਾਲ ਬੰਦੇ ਬਹਾਦਰ ਦੀ ਮਾਧੋ ਦਾਸ ਦੀ ਕਰਾਮਾਤ ਨਾਲ ਕਹਿੰਦੇ ਬਿਨਾਂ ਹਲਟਾਂ ਤੋਂ, ਬਿਨਾਂ ਬਲਦਾਂ ਤੋਂ ਹਲਟ ਚੱਲ ਰਿਹਾ, ਖੂਹ ਚੱਲ ਰਿਹਾ। ਜੋ ਪਈ ਬਹੁਤ ਜਗ੍ਹਾ ਉਨ ਬੇਸ਼ ਬਣਾਈ। ਕਹਿੰਦੇ ਜਗ੍ਹਾ ਬੜੀ ਸੋਹਣੀ ਚੰਗੀ ਬਣਾਈ ਹੋਈ, ਬੜੇ ਬੜੇ ਸੋਹਣੇ ਬੂਟੇ ਲਾਏ ਹੋਏ, ਬੜਾ ਸੋਹਣਾ ਬਗੀਚਾ ਬਣਾਇਆ ਹੋਇਆ। ਦੇਖਤ ਚਿਤ ਜਿਸ ਰਹੇ ਲੁਭਾਈ। ਇਹੋ ਜਿਹਾ ਸੋਹਣਾ ਆਸ਼ਰਮ ਬਣਾਇਆ ਮਾਧੋ ਦਾਸ ਨੇ ਵੀ ਜਿਹੜਾ ਆ ਕੇ ਵੇਖੇ ਉਹਦਾ ਮਨ ਲੁਭਾਏ ਮਾਨ ਹੋ ਜਾਂਦਾ। ਇਹੋ ਜਿਹਾ ਸੁੰਦਰ ਆਸ਼ਰਮ, ਇਹੋ ਜਿਹੇ ਸੋਹਣੇ ਫੁੱਲ ਬੂਟੇ ਉਹ ਚਾਰੇ ਪਾਸੇ ਲਾਏ ਹੋਏ ਨੇ। ਪਲੰਗ ਅੰਦਰ ਤੋਤੇ ਇੱਕ ਡਹਾ। ਇੱਕ ਅੰਦਰ ਪਲੰਗਾ ਡਾਇਆ ਹੋਇਆ, ਬੜਾ ਵੱਡਾ ਪਲੰਗਾ ਹੈ। ਗੱਦੀ ਸਿਰਹਾਣੋ ਉੱਪਰ ਆਹਾ। ਉਹਦੇ ਤੇ ਗੱਦੀ ਲੱਗੀ ਹੋਈ ਆ ਤੇ ਸਿਰਹਾਣਾ ਰੱਖਿਆ ਹੋਇਆ। 125 ਗਜ ਤਰ ਉੱਚੋ ਰਹੇ। ਕਹਿੰਦੇ ਉਹ ਜਿਹੜਾ ਪਲੰਗਾ ਹੈ ਉਹ ਜ਼ਮੀਨ ਤੋਂ ਉੱਚਾ, ਥੱਲੇ ਉਹਦੇ ਪਾਵੇ ਜ਼ਮੀਨ ਤੇ ਨਹੀਂ ਲੱਗੇ, ਉਹ ਜ਼ਮੀਨ ਤੋਂ ਉੱਪਰ ਖੜਾ ਹੋਇਆ ਹਵਾ ਦੇ ਵਿੱਚ। ਇਹ ਵੀ ਵੇਖਣ ਵਾਲੀ ਅਚੰਭੇ ਵਾਲੀ ਗੱਲ ਸੀ। ਨਾਰਾਇਣ ਦਾਸ ਤਿਸ ਉੱਪਰ ਬਹੇ। ਉਹ ਜਿਹੜਾ ਪਲੰਗਾ ਸੀ ਉਹਦੇ ਤੇ ਨਾਰਾਇਣ ਦਾਸ ਜੀ ਬਹਿੰਦੇ ਸੀ। ਮਾਧੋ ਦਾਸ ਜਿਨ੍ਹਾਂ ਨੂੰ ਆਪਾਂ ਨਾਰਾਇਣ ਦਾਸ ਵੀ ਇਹਨਾਂ ਦਾ ਨਾਂ ਸੀ। ਤੋ ਉਹਦੇ ਉੱਤੇ ਨਾਰਾਇਣ ਦਾਸ ਜੀ ਯਾਨੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਉਸ ਪਲੰਗੇ ਦੇ ਉੱਤੇ ਬੈਠਿਆ ਕਰਦੇ ਸਨ। ਔਰ ਬਾਏ ਤਿਸ ਦੇ ਗਿਰਾਏ। ਤੇ ਜੇ ਕੋਈ ਹੋਰ ਆ ਕੇ ਉਸ ਪਲੰਗੇ ਤੇ ਬਹਿੰਦਾ ਸੀ ਉਹਨੂੰ ਮੂਧਾ ਮਾਰ ਕੇ ਥੱਲੇ ਸੁੱਟ ਦਿੰਦਾ ਸੀ। ਇਹ ਇਹਦੀ ਮਸ਼ਕਰੀ ਕਰਨ ਦੀ ਬਿਰਤੀ ਸੀ। ਜੇ ਕੋਈ ਹੋਰ ਮਹਾਂਪੁਰਸ਼, ਕੋਈ ਹੋਰ ਸਾਧੂ, ਕੋਈ ਹੋਰ ਮਹਾਤਮਾ ਆਉਂਦਾ ਸੀ, ਇਹ ਜਾਣ ਕੇ ਬਿਠਾਉਂਦਾ ਸੀ, ਮਹਾਰਾਜ ਇੱਥੇ ਬੈਠੋ। ਬਿਠਾ ਕੇ ਫਿਰ ਮੂਧਾ ਉਲਟਾ ਕੇ ਮੁੜ ਕੇ ਖਿੜਖੜਾ ਕੇ ਤਾੜੀ ਮਾਰ ਕੇ ਹੱਸਣਾ। ਇਸੇ ਵਿਉਂਤ ਤੇ ਉਹਨੇ ਬਣਾਏ। ਇਸ ਵਿਉਂਤ ਦੇ ਨਾਲ ਇਹਨੇ ਉਹ ਪਲੰਗਾ ਬਣਾਇਆ ਸੀ ਵੀ ਉਹਦੇ ਤੇ ਕੇਵਲ ਇਹ ਹੀ ਬਹਿ ਸਕਦਾ ਸੀ। ਦੂਜਾ ਕੋਈ ਵੀ ਆ ਕੇ ਬਹਿੰਦਾ ਸੀ ਉਹ ਪਲੰਗਾ ਨੂੰ ਮੂਧਾ ਮਾਰ ਕੇ ਥੱਲੇ ਸੁੱਟ ਦਿੰਦਾ ਸੀ। ਦੋਹਰਾ ਪਹੁੰਚਿਓ ਸਤਿਗੁਰ ਜੈ ਸਮੇਂ ਗਇਓ ਬੰਦੋ ਕਉ ਔਰ। ਜਦੋਂ ਕਲਗੀਧਰ ਪਾਤਸ਼ਾਹ ਜੀ ਪਹੁੰਚੇ ਨਾ ਇਸ ਡੇਰੇ ਤੇ ਬਾਬਾ ਬੰਦਾ ਸਿੰਘ ਜੀ ਉੱਥੇ ਹੈਣ ਨਹੀਂ ਸੀ ਉਸ ਵੇਲੇ। ਮਾਧੋ ਦਾਸ ਜੀ ਕਿਤੇ ਬਾਹਰ ਆਪਣੇ ਜੰਗਲ ਵਿੱਚ ਕਿਸੇ ਕਾਰਜ ਜਾਂ ਕੋਈ ਸਾਧਨਾ ਵਾਸਤੇ ਗਏ ਹੋਏ ਸੀ। ਪਲੰਗ ਸ਼ਿੰਗਾਰਿਓ ਦੇਖ ਕੇ ਗੁਰ ਚੜ ਬੈਠੇ ਦੋਰ। ਪਲੰਗਾ ਬੜਾ ਸ਼ਿੰਗਾਰਿਆ ਹੋਇਆ,
ਉੱਤੇ ਬੜੀ ਸੋਹਣੀ ਗੱਦੀ ਲਾਈ ਹੋਈ, ਉੱਤੇ ਨਾਲ ਸਰਾਣਾ ਵਿਛਾਇਆ ਹੋਇਆ ਤੇ ਫੁੱਲ ਵਗੈਰਾ ਰੱਖੇ ਹੋਏ ਚੇਲਿਆਂ ਨੇ ਉੱਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਗਏ, ਜਾ ਕੇ ਪਲੰਗੇ ਤੇ ਆਸਣ ਲਾ ਕੇ ਬਹਿ ਗਏ, ਚੜ ਕੇ ਕਲਗੀਧਰ ਜੀ। ਗੁਰ ਚੜ ਬੈਠੇ ਦੌਰ, ਮਹਾਰਾਜ ਜੀ ਚੱਲ ਕੇ ਉਹਦੇ ਤੇ ਬੈਠ ਗਏ। ਚੌਪਈ ਤਿਸ ਕੇ ਬੱਕਰੇ ਸਿੰਘਨ ਕਾਏ। ਉੱਥੇ ਉਹਦੇ ਡੇਰੇ 'ਚ ਬੱਕਰੇ ਟੁਰੇ ਫਿਰਦੇ ਇੱਧਰ ਉੱਧਰ, ਸਿੰਘਾਂ ਨੇ ਜਾ ਕੇ ਤਲਵਾਰਾਂ ਨਾਲ ਝਟਕੇ, ਕਾਟ ਕੂਟ ਬੈ ਦੇਗਨ ਪਾਏ। ਕੱਟ ਕੁੱਟ ਕੇ ਉੱਥੇ ਤਾਂ ਮਿੰਟਾਂ 'ਚ ਲਹੂ ਦੀਆਂ ਤਤੀਰੀਆਂ ਵਹਿ ਟੁਰੀਆਂ। ਜਦੋਂ ਸਿੰਘਾਂ ਨੇ ਸ਼ਿਕਾਰ ਖੇਡਿਆ, ਸ਼ਸਤਰ ਚਲਾਏ, ਤਿਸ ਚੇਲੇ ਜਾ ਕਰੀ ਪੁਕਾਰੇ। ਜਦੋਂ ਲਹੂ ਡੁੱਲਾ ਵੇਖਿਆ, ਉਹਨੇ ਵੈਸ਼ਨਵ ਸਾਧ ਸੀ ਬਰਾਗੀ, ਉਹਦੇ ਚੇਲੇ ਨੇ ਜਦੋਂ ਵੇਖਿਆ ਨਾ ਮਾਧੋ ਦਾਸ ਦੇ ਨੇ, ਉਹ ਭੱਜ ਕੇ ਗਿਆ ਮਾਧੋ ਦਾਸ ਨੂੰ ਪੁਕਾਰ ਕਰਨ ਲਈ। ਕਰਾਏ ਕ੍ਰੋਧ ਲੈ ਆਏ ਨਾਰੇ। ਬੜਾ ਗੁੱਸਾ ਚੜਾ ਕੇ, ਮਹਾਰਾਜ ਤੁਹਾਡਾ ਡੇਰਾ ਭ੍ਰਿਸ਼ਟ ਕਰ ਦਿੱਤਾ ਉਹਨਾਂ ਨੇ, ਤੁਹਾਡੇ ਫਿਰਦੇ ਜਿਹੜੇ ਬੱਕਰੇ ਸਨ ਉੱਥੇ ਸਿੰਘਾਂ ਨੇ ਝੜਕ ਦਿੱਤੇ। ਆਏ ਪਤਾ ਨਹੀਂ ਕੌਣ ਨੇ, ਪਤਾ ਉਹਨਾਂ ਨੂੰ ਵੀ ਨਹੀਂ ਸੀ ਵੀ ਇਹ ਕੌਣ ਨੇ। ਕਹਿੰਦੇ ਖਬਰੇ ਆ ਪਤਾ ਨਹੀਂ ਕੌਣ ਨੇ, ਸ਼ਸਤਰਧਾਰੀ ਨੇ ਸਾਰੇ, ਤੇ ਉਹਨਾਂ ਦੇ ਨਾਲ ਇੱਕ ਬੜੇ ਮਹਾਨ ਤੇਜਸਵੀ ਚਿਹਰੇ ਵਾਲੇ ਨੇ। ਉਹ ਪਲੰਗੇ ਤੇ ਸਾਡੇ ਰੋਕਦਿਆਂ ਬਹਿ ਗਿਆ ਸੀ। ਆਖਿਆ ਵੀ ਇੱਥੇ ਨਾ ਬੈਠੋ, ਉਹ ਤਾਂ ਬਹਿ ਗਏ ਉੱਤੇ ਚੜ ਕੇ, ਸਾਡੇ ਰੋਕਦਿਆਂ ਰੁਕੇ ਹੀ ਨਹੀਂ। ਤੇ ਹੈਰਾਨੀ ਇਸ ਗੱਲ ਦੀ ਹੈ ਵੀ ਅੱਗੇ ਕੋਈ ਬਹਿੰਦਾ ਤੇ ਪਲੰਗਾ ਉਹਨੂੰ ਮੂਧਾ ਸੁੱਟ ਦਿੰਦਾ, ਪਰ ਅੱਜ ਉਹ ਬੈਠੇ ਨੇ ਤੇ ਪਲੰਗਾ ਹਿੱਲਿਆ ਵੀ ਨਹੀਂ, ਉਹ ਟਸ ਤੋਂ ਮਸ ਵੀ ਨਹੀਂ ਹੋਇਆ। ਤੇ ਏਦਾਂ ਗੁੱਸਾ ਚੜਾ ਕੇ ਮਾਧੋ ਦਾਸ ਨੂੰ ਉਹਨੂੰ ਅੱਗ ਜੀ ਲਾ ਕੇ ਹੋਰ ਹਵਾ ਵਿੱਚ ਗੱਲਾਂ ਬਣਾ ਕੇ ਲਿਆਂਦਾ। ਦੇਖਤ ਪਲੰਗ ਸੋ ਅਤਰੋ ਭਰਿਓ। ਜਦੋਂ ਮਾਧੋ ਦਾਸ ਨੇ ਵੇਖਿਆ ਵੀ ਪਲੰਗੇ ਤੇ ਸਤਿਗੁਰੂ ਜੀ ਬੈਠੇ ਨੇ, ਬੜੇ ਗੁੱਸੇ 'ਚ ਆਇਆ। ਕ੍ਰੋਧਤ ਬੀਰਨ ਹੁਕਮ ਕੋ ਕਰਿਓ। ਆਪਣੇ ਵੀਰਾਂ ਨੂੰ ਹੁਕਮ ਕੀਤਾ, ਜਾ ਬੀਰਨ ਤਬ ਪਲੰਗੇ ਉਠਾਇਆ। ਵੀਰ ਗਏ, ਉਹਨਾਂ ਨੇ ਜਾ ਕੇ ਪਲੰਗਾ ਚੁੱਕਿਆ। ਸਤਿਗੁਰ ਤੀਰੇ ਸਾਥ ਦਬਾਇਆ। ਮਹਾਰਾਜ ਜੀ ਨੇ ਪਲੰਗਿਆਂ ਦੇ ਉੱਤੇ ਤੀਰ ਗੱਡ ਦਿੱਤੇ, ਉਹ ਤੀਰਾਂ ਦੇ ਨਾਲ ਪਲੰਗਾ ਦੱਬ ਲਿਆ। ਫੇਰ ਮਵੱਕਲ ਲਾਇਓ ਤਾਨ। ਇਹਨਾਂ ਮਵੱਕਲਾਂ ਨੇ, ਪੀਰਾਂ ਨੇ ਆਪਣਾ ਪੂਰਾ ਤਾਣ ਲਾਇਆ। ਤੇ ਫਿਰ ਉੱਠਿਓ ਨਾ ਅੰਗੁਲ ਸਮਾਨ। ਇੱਕ ਉਂਗਲੀ ਭਰ ਵੀ ਇਹ ਪਲੰਗਾ ਨਹੀਂ ਹਿਲਾ ਸਕੇ, ਚੁੱਕ ਸਕੇ। ਪਲੰਗ ਅਚਲ ਲੱਖ ਹੋਏ ਗਇਓ ਕੋਇਲਾ। ਕਹਿੰਦੇ ਜਦੋਂ ਮਾਧੋ ਦਾਸ ਨੇ ਵੇਖਿਆ ਵੀ ਪਲੰਗਾ ਤਾਂ ਹਿਲਦਾ ਵੀ ਨਹੀਂ, ਏਦਾਂ ਤਾਂ ਅੱਜ ਤੋਂ ਪਹਿਲਾਂ ਕਦੇ ਹੋਇਆ ਹੀ ਨਹੀਂ। ਇਹ ਮਾਨੋ ਜਿਵੇਂ ਕੋਇਲਾ ਹੋ ਗਿਆ ਹੋਵੇ ਗੁੱਸੇ ਨਾਲ। ਕ੍ਰੋਧ ਸਾਥ ਫਿਰ ਮੁਵੱਕਲ ਨਨ ਬੋਲਾ। ਆਪਣੇ ਵੀਰਾਂ ਨੂੰ ਗੁੱਸੇ ਨਾਲ ਬੋਲਿਆ, ਤੁਰਤ ਇਸੇ ਕੀ ਜਾਨ ਉਡਾਵੋ। ਕਹਿੰਦਾ ਜਾਓ ਤੁਰਤੇ ਦੀ ਜਾਨ ਕੱਢ ਦਿਓ। ਇਤੀ ਦੇਰ ਤੁਮ ਕਾਹੇ ਲਾਵੋ। ਇੰਨੀ ਦੇਰ ਤੁਸੀਂ ਕਾਹਨੂੰ ਲਾਉਂਦੇ ਹੋ। ਦੋਹਰਾ ਤਬੇ ਮੁਵੱਕਲਨ ਉਸ ਕਹਿਓ, ਹਮ ਕਿਛ ਰੱਖਿਓ ਨਾ ਤਾਣ। ਉਹ ਵੀਰ ਬੋਲੇ, ਕਹਿੰਦੇ ਜੀ ਅਸੀਂ ਤਾਂ ਕੋਈ ਆਪਣੇ 'ਚ ਤਾਣ ਰੱਖਿਆ ਹੀ ਨਹੀਂ। ਮਾਧੋ ਦਾਸ ਜੀ ਅਸੀਂ ਜਿੰਨਾ ਸਾਡੇ ਕੋਲ ਤਾਣ ਸੀ ਲਾ ਲਿਆ ਹੈ। ਜੋ ਇਨ ਕੋ ਹਮ ਦੁੱਖ ਦੇਵੇਂ ਸੋ ਪਵੇ ਹਮ ਪਰ ਆਣ। ਅਸੀਂ ਜਿਹੜਾ ਦੁੱਖ ਇਹਨਾਂ ਨੂੰ ਦੇਣੇ ਆ ਨਾ, ਉਲਟਾ ਸਾਨੂੰ ਆ ਕੇ ਪੈਂਦਾ। ਜਿਹੜੀ ਤਕਲੀਫ ਅਸੀਂ ਇਹਨਾਂ ਨੂੰ ਦੇਣਾ ਚਾਹੁੰਦੇ, ਉਲਟੀ ਸਾਨੂੰ ਆ ਕੇ ਪੈਂਦੀ ਆ। ਪਤਾ ਨਹੀਂ ਕੌਣ ਨੇ, ਖਬਰੇ ਕੌਣ ਨੇ, ਸਾਡਾ ਨਹੀਂ ਕੋਈ ਤਾਣ ਚੱਲਦਾ। ਤੇ ਜਿਵੇਂ ਮਾਧੋ ਦਾਸ ਜੀ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਦਾ ਵਿਸਥਾਰ ਸਹਿਤ ਹੁਣ ਅੱਗੇ ਵਰਣਨ ਆਵੇਗਾ ਕਿ ਕਿਵੇਂ ਪਾਤਸ਼ਾਹ ਜੀ ਕੋਲੋਂ ਥਾਪੜਾ ਲੈ ਕੇ ਪੰਜਾਬ ਦੀ ਧਰਤੀ ਆਏ ਨੇ। ਉਹ ਕਥਾ ਸਮੇਂ-ਸਮੇਂ ਨਾਲ ਅਗਲਿਆਂ ਪ੍ਰਕਰਣਾਂ 'ਚ ਆਪ ਜੀ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਸੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਵੇਕ ਹੈ ਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੈ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹਉ ਦਾਸੁਰ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮਦਾਨ ਰਾ ਕੋਈ ਹੈ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।